ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਟਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੈ ਬਿਦ ਜਾਣੈ। ਉਤਪੁਜ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ। ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੈ ਬਿਦ ਜਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰੂ ਜੀ ਕਿਰਪਾ ਕਰਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਐਸੀ ਦਾਤ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਗੁਰਬਾਣੀ ਦੀ ਕਥਾ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਾਣੀ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਸਾਹਿਬ ਜੀ, ਕੋਈ ਆਖਦਾ ਹੈ ਪਰਮੇਸ਼ਰ ਸੱਚਖੰਡ ਦੇ ਵਿੱਚ ਵੱਸਦਾ ਹੈ, ਕੋਈ ਇਹ ਗੱਲ ਕਹਿੰਦਾ ਹੈ ਕਿ ਉਹ ਪਰਮੇਸ਼ਰ ਖੀਰ ਸਮੁੰਦਰ ਵਿੱਚ ਵਸਿਆ ਹੋਇਆ। ਖੀਰ ਸਮੁੰਦਰ ਵਿੱਚੋਂ 14 ਰਤਨ ਕੱਢੇ ਨਾ, ਕਹਿੰਦੇ ਵੀ ਪਰਮਾਤਮਾ ਉੱਥੇ ਵੱਸਦਾ ਹੈ। ਕੋਈ ਆਖਦਾ ਹੈ ਵੀ ਉਹ ਅਯੁੱਧਿਆ ਦੇ ਵਿੱਚ ਰਾਮ ਜੀ ਨੇ ਅਵਤਾਰ ਲਿਆ ਹੈ ਤੇ ਅਯੁੱਧਿਆ ਦਾ ਨਿਵਾਸੀ ਹੈ। ਕੋਈ ਆਖਦਾ ਉਹ ਬਿੰਦਰਾਬਨ ਦੇ ਵਿੱਚ ਰਹਿਣ ਵਾਲਾ, ਬਿੰਦਰਾਬਨ ਮੈਂ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊ ਰੇ ਬਾਣੀ ਦਾ ਬਚਨ ਹੈ। ਕੋਈ ਆਖਦਾ ਦੁਆਰਕਾ ਦੇ ਵਿੱਚ ਉਹ ਨਿਵਾਸ ਕਰਦਾ ਹੈ। ਪਰ ਕਿਰਪਾ ਕਰਕੇ ਇਹ ਦੱਸੋ ਵੀ ਪਰਮਾਤਮਾ ਹੈ ਕਿੱਥੇ, ਉਹ ਵੱਸਦਾ ਕਿੱਥੇ ਹੈ? ਆਪ ਜੀ ਨਿਰਣਾ ਕਰਕੇ ਸਾਨੂੰ ਸਮਝਾਓ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਸਿੱਖ ਦੇ ਇਹ ਬਚਨ ਸੁਣ ਕੇ ਵੀ ਪਰਮਾਤਮਾ ਕਿੱਥੇ ਵੱਸਦਾ ਹੈ, ਕੀ ਉਹ ਖੀਰ ਸਮੁੰਦਰ ਵਿੱਚ ਹੈ, ਕੀ ਉਹ ਸੱਚਖੰਡ ਵਿੱਚ ਹੈ, ਕੀ ਉਹ ਇਸ ਧਰਤੀ ਦੇ ਵੱਖਰੇ ਵੱਖਰੇ ਸ਼ਹਿਰਾਂ ਜਾਂ ਜੰਗਲਾਂ ਵਿੱਚ ਵੱਸਦਾ ਹੈ? ਉਹਦੇ ਬਾਬਤ ਮਹਾਰਾਜ ਜੀ ਇਹ ਸਾਨੂੰ ਪਵਿੱਤਰ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਪਰਮਾਤਮਾ ਹੈ ਨਾ, ਉਹ ਸਾਗਰ ਕਹੀਏ ਸਮੁੰਦਰ, ਉਹ ਪਰਮਾਤਮਾ ਸਮੁੰਦਰ ਦੇ ਵਿੱਚ ਸਮੁੰਦਰ ਰੂਪ ਹੈ। ਕਿੱਥੇ ਵੱਸਦਾ ਹੈ? ਉਹ ਕਿਸੇ ਦੁਆਰਕਾ ਵਿੱਚ, ਕਿਸੇ ਅਯੁੱਧਿਆ ਵਿੱਚ, ਕਿਸੇ ਖੀਰ ਸਮੁੰਦਰ ਵਿੱਚ ਨਹੀਂ, ਉਹ ਤੇ ਸਮੁੰਦਰਾਂ ਦੇ ਵਿੱਚ ਸਮੁੰਦਰ ਰੂਪ ਹੋ ਰਿਹਾ ਹੈ। ਬੂੰਦ ਮੈਂ ਸਾਗਰ। ਅਤੇ ਇਸੇ ਤਰ੍ਹਾਂ ਬੂੰਦ ਦੇ ਵਿੱਚ ਜੋ ਪਾਣੀ ਦੀ ਇੱਕ ਬੂੰਦ ਹੈ, ਉਸ ਬੂੰਦ ਦੇ ਵਿੱਚ ਉਹ ਬੂੰਦ ਰੂਪ ਹੋ ਰਿਹਾ ਹੈ। ਸਾਗਰਾਂ ਵਿੱਚ ਸਾਗਰ ਰੂਪ ਹੈ, ਪਾਣੀ ਦੀਆਂ ਬੂੰਦਾਂ ਦੇ ਵਿੱਚ ਉਹ ਬੂੰਦ ਰੂਪ ਹੈ। ਕਵਣ ਬੁਝੈ ਬਿਦ ਜਾਣੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਵਣ ਬਿਦ ਜਾਣੈ। ਕਵਣ ਤੋਂ ਭਾਵ ਵੀ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਜਾਣਨਾ ਕਰੇ।
ਕਵਨ ਵਿਦ ਜਾਣੇ, ਕੋਈ ਵਿਧੀ ਹੈ ਵੀ ਪਰਮਾਤਮਾ ਨੂੰ ਕਿਵੇਂ ਜਾਣਿਆ ਜਾਵੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਬੁਝੈ ਸਤਿਗੁਰਾਂ ਤੋਂ ਪੁੱਛੇ ਭਾਈ। ਪੂਰਿਆਂ ਗੁਰਾਂ ਤੋਂ ਜਦੋਂ ਬੁਝੇ ਪੁੱਛੇਗਾ ਫਿਰ ਨਿਸ਼ਚੇ ਕਰਦਾ ਹੈ, ਫਿਰ ਇਸ ਤਰ੍ਹਾਂ ਉਸ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ। ਉਤਪੁਜ ਚਲਤ ਆਪ ਕਰ ਚੀਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਤਪੁਜ ਇੱਕ ਖਾਣੀ ਦਾ ਨਾਮ ਹੈ। ਉਸ ਇੱਕ ਖਾਣੀ ਤੋਂ ਅੱਗੇ 4 ਖਾਣੀਆਂ ਲੈ ਲੈਣੀਆਂ, ਉਤਪੁਜ, ਅੰਡਜ, ਜੇਰਜ ਤੇ ਸੇਤਜ। ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੀਆਂ 4 ਖਾਣੀਆਂ ਨੇ, ਇਹਨਾਂ 4 ਖਾਣੀਆਂ ਰੂਪ ਚਲਤ ਕਹੀਏ ਕੌਤਕ ਆਪ ਕਰਨ ਵਾਲਾ ਹੈ। ਕਹਿਣ ਤੋਂ ਭਾਵ ਇਹ ਹੈ ਵੀ 4 ਖਾਣੀਆਂ ਤੋਂ ਜੀਵ ਆਪ ਪੈਦਾ ਕਰਦਾ ਹੈ, ਐਸੇ ਉਹ ਕੌਤਕ ਕਰਨ ਵਾਲਾ 4 ਖਾਣੀਆਂ ਵਿੱਚ ਵਸਿਆ ਹੋਇਆ। 4 ਖਾਣੀਆਂ ਦੇ ਜਿਹੜੇ ਜੀਵ ਨੇ ਉਹਨਾਂ ਦੇ ਵਿੱਚ ਵਸਿਆ ਹੋਇਆ ਹੈ। ਆਪ ਤਤ ਪਛਾਣੈ। ਅਤੇ ਆਪ ਹੀ ਤੱਤਾਂ ਦੀ ਪਛਾਣ, ਮਿਲਾਵਟ ਦੀ ਪਛਾਣ ਕਰਨੀ ਜਾਣਦਾ ਹੈ। ਕਿਹੜੇ ਤੱਤ ਨੂੰ ਕਿਹੜੇ ਤੱਤ ਨਾਲ ਜੋੜਨਾ ਹੈ ਅਤੇ ਕਿਸ ਤਰ੍ਹਾਂ ਦਾ ਸਰੀਰ ਦੇਣਾ ਹੈ, ਕਿਉਂਕਿ ਵੱਖਰੇ ਵੱਖਰੇ ਸਰੀਰ ਗੁਰਮੁਖੋ ਵੱਖਰੇ ਵੱਖਰੇ ਤੱਤਾਂ ਦੇ ਬਣੇ ਹੋਏ ਨਾ। ਕਿਹੜੇ ਤੱਤ ਨੂੰ ਜੋੜ ਕੇ ਕਿਹੜਾ ਸਰੀਰ ਬਣਾਉਣਾ, ਇਹ ਮਿਲਾਵਟ ਕਰਨੀ ਵੀ ਉਹ ਆਪ ਜਾਣਦਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਉਤਪੁਜ ਚਲਤ ਆਪ ਕਰ ਚੀਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, 4 ਖਾਣੀਆਂ ਰੂਪ ਉਹ ਆਪ ਹੈ। ਉਤਪਤੀ ਕਰਨ ਵਾਲਾ ਆਪ ਹੈ, ਪਾਲਣ ਵਾਲਾ ਆਪ ਹੈ, ਲੈਤਾ ਕਰਨ ਵਾਲਾ ਆਪ ਹੈ। ਆਪ ਤਤ ਪਛਾਣੈ। ਤੇ ਪਾਤਸ਼ਾਹ ਕਹਿਣ ਲੱਗੇ, ਉਹ ਆਪ ਹੀ ਤੱਤਾਂ ਨੂੰ ਮਿਲਾਉਣੀ ਕਰਨ ਵਾਲਾ ਵੀ ਆਪ ਹੈ, ਤੇ ਤਤ ਸਰੂਪ ਵੀ ਉਹ ਪਰਮਾਤਮਾ ਆਪ ਹੈ। ਐਸਾ ਗਿਆਨ ਵਿਚਾਰੈ ਕੋਈ। ਪਰ ਐਸੇ ਗਿਆਨ ਨੂੰ ਕੋਈ ਗੁਰਮੁਖ ਹੀ ਵਿਚਾਰਦਾ ਹੈ। ਮੁਖੀ ਗੁਰਾਂ ਦੁਆਰਾ ਐਸੇ ਗਿਆਨ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਤਿਸ ਤੇ ਮੁਕਤ ਪਰਮ ਗਤ ਹੋਈ। ਪਰ ਗੁਰਮੁਖੋ ਜਿਹੜਾ ਵਿਚਾਰਦਾ ਹੈ ਨਾ ਐਸੇ ਗਿਆਨ ਨੂੰ ਗੁਰੂ ਦੇ ਕੋਲੋਂ, ਤਿਸ ਵਿੱਚ ਕਹਿ ਲਈਏ ਮੁਕਤ ਪਰਮ, ਜਿਹੜੀ ਪਰਮ ਮੁਕਤੀ ਹੈ ਨਾ, ਕੈਵਲ ਮੋਕਸ਼, ਉਹ ਕੈਵਲ ਮੋਕਸ਼ ਦੀ ਗਤ ਕਹੀਏ ਪ੍ਰਾਪਤ ਉਸ ਨੂੰ ਹੁੰਦੀ ਹੈ। ਐਸੀਆਂ ਦਾਤਾਂ ਮਿਲਦੀਆਂ ਹਨ। ਰਹਾਉ ਦਿਨ ਮੈਂ ਰੈਣ, ਰੈਣ ਮੈਂ ਦਿਨਿਅਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਦਿਨ ਦੇ ਵਿੱਚ ਦਿਨ ਰੂਪ ਹੋ ਰਿਹਾ ਹੈ। ਉਸਨ ਸੀਤ ਬਿਦ ਸੋਈ। ਅਤੇ ਰੈਣ ਮਹਿ ਦਿਨਿਅਰ, ਰਾਤ ਦੇ ਵਿੱਚ ਉਹ ਰਾਤ ਰੂਪ ਹੋ ਰਿਹਾ ਹੈ। ਦਿਨ ਮਹਿ ਦਿਨਿਅਰ, ਰੈਣ ਮਹਿ ਰੈਣ। ਦਿਨ ਦੇ ਵਿੱਚ ਉਹ ਦਿਨ ਰੂਪ ਹੋ ਰਿਹਾ, ਰਾਤ ਵਿੱਚ ਉਹ ਰਾਤ ਰੂਪ ਹੋ ਰਿਹਾ ਹੈ। ਉਸਨ ਸੀਤ ਬਿਦ ਸੋਈ। ਅਤੇ ਉਸਨ ਕਹੀਏ ਗਰਮੀ, ਗਰਮੀ ਦੇ ਵਿੱਚ ਉਹ ਗਰਮੀ ਰੂਪ ਹੋ ਰਿਹਾ ਹੈ। ਤੇ ਸੀਤ ਕਹੀਏ ਠੰਡ, ਠੰਡ ਦੇ ਵਿੱਚ ਉਹ ਠੰਡ ਰੂਪ ਹੋ ਰਿਹਾ ਹੈ। ਪੁੱਛਿਆ ਨਾ ਸਿੱਖ ਨੇ ਪਰਮਾਤਮਾ ਕਿੱਥੇ ਰਹਿੰਦਾ, ਤੇ ਸਤਿਗੁਰੂ ਦੱਸਦੇ ਪਏ, ਕਹਿਣ ਲੱਗੇ ਭਾਈ ਠੰਡ ਵਿੱਚ ਉਹ ਠੰਡ ਰੂਪ ਹੈ, ਤੇ ਗਰਮੀ ਦੇ ਵਿੱਚ ਉਹ ਗਰਮੀ ਰੂਪ ਹੈ। ਇਸੇ ਤਰ੍ਹਾਂ ਦਿਨ ਦੇ ਵਿੱਚ ਉਹ ਦਿਨ ਬਣ ਕੇ ਸਮਾਇਆ, ਰਾਤ ਵਿੱਚ ਉਹ ਰਾਤ ਬਣ ਕੇ ਸਮਾਇਆ। ਇਸ ਤਰ੍ਹਾਂ ਉਹ ਨਿਵਾਸ ਕਰਦਾ ਹੈ। ਤਾਂ ਕਿ ਗਤ ਮਿਤ ਅਵਰ ਨਾ ਜਾਣੈ। ਉਸ ਪਰਮਾਤਮਾ ਦੀ ਗਤ ਦੀ ਜਿਹੜੀ ਮਿਤ ਮਰਿਆਦਾ ਹੈ, ਉਸ ਦੀ ਮਰਿਆਦਾ ਨੂੰ ਕੋਈ ਦੂਜਾ ਜਾਣਦਾ ਹੀ ਨਹੀਂ ਹੈ। ਪਰਮਾਤਮਾ ਨੇ ਅਗਲੇ ਛਿਨ ਕੀ ਕਰਨਾ ਹੈ, ਇਸ ਗੱਲ ਨੂੰ ਕੋਈ ਜਾਣਦਾ ਨਹੀਂ ਹੈ। ਗੁਰ ਬਿਨ ਸਮਝ ਨਾ ਹੋਈ। ਤੇ ਇਹ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ ਹੈ। ਜਿੰਨਾ ਚਿਰ ਗੁਰੂ ਨਹੀਂ ਸਮਝਾਉਂਦਾ ਉਹਨਾਂ ਚਿਰ ਇਹ ਸਮਝ ਪੈਂਦੀ ਨਹੀਂ ਹੈ। ਜਾਂ ਆਪਾਂ ਕਹਿ ਲਈਏ ਗੁਰੂ ਰੂਪ ਵੀ ਆਪ ਹੈ ਤੇ ਸਮਝ ਰੂਪ ਵੀ ਉਹ ਪਰਮਾਤਮਾ ਆਪ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜੋ ਪਰਮਾਤਮਾ ਹੈ ਗੁਰਮੁਖੋ, ਪੁਰਖ ਦੇ ਵਿੱਚ ਪੁਰਖ ਰੂਪ ਹੋ ਰਿਹਾ ਹੈ। ਅਤੇ ਨਾਰ ਕਹੀਏ ਜੋ ਇਸਤਰੀ ਹੈ, ਇਸਤਰੀ ਦੇ ਵਿੱਚ ਇਸਤਰੀ ਰੂਪ ਹੋ ਰਿਹਾ ਹੈ। ਬੁੱਝੋ ਬ੍ਰਹਮ ਗਿਆਨੀ। ਇਸ ਕਰਕੇ ਇਹ ਬ੍ਰਹਮ ਗਿਆਨੀਓ, ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਬੁੱਝਣਾ ਕਰੋ, ਸਮਝ ਲੈਣਾ ਕਰੋ। ਪਰਮਾਤਮਾ ਕਿਸੇ ਖੀਰ ਸਮੁੰਦਰ ਵਿੱਚ ਨਹੀਂ ਇਕੱਲਾ ਵੜ ਕੇ ਬੈਠਾ ਹੋਇਆ, ਕਿਸੇ ਦਵਾਰਕਾ ਜਾਂ ਬਿੰਦਰਾਬਨ ਵਿੱਚ ਵੜ ਕੇ ਨਹੀਂ ਬੈਠਾ ਹੋਇਆ। ਉਹ ਜੋ ਪਰਮਾਤਮਾ ਹੈ ਉਹ ਸਾਰਿਆਂ ਥਾਵਾਂ 'ਤੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਵੀ ਜਿੱਥੇ ਉਹ ਨਾ ਹੋਵੇ। ਇਸ ਗੱਲ ਨੂੰ ਬੁੱਝ ਲੈਣਾ ਕਰੋ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧੁਨ ਨਾਮ ਗੁਰਮੁਖੋ ਬਾਣੀ ਦਾ ਹੈ। ਉਹ ਬਾਣੀ ਦੇ ਵਿੱਚ ਬਾਣੀ ਰੂਪ ਹੋ ਰਿਹਾ ਹੈ। ਜਿਹੜੇ ਅਸੀਂ ਸ਼ਬਦ ਬੋਲਦੇ ਪਏ ਨਾ ਮੁਖੋਂ, ਇਹ ਜਿਹੜੀ ਸਾਡੀ ਜ਼ੁਬਾਨ ਤੋਂ ਨਿਕਲਦੇ ਪਏ ਸ਼ਬਦ, ਇਹ ਸ਼ਬਦ ਰੂਪ ਵੀ ਉਹ ਆਪ ਹੋ ਰਿਹਾ ਹੈ। ਅਤੇ ਇਸੇ ਤਰ੍ਹਾਂ ਧਿਆਨ ਮਹਿ,
ਤੇ ਧਿਆਨ ਜਿਹੜੇ ਲਾਉਣ ਵਾਲੇ ਨੇ, ਧਿਆਨ ਕਰਨ ਵਾਲਿਆਂ ਨੇ, ਧਿਆਨ ਕਰਨ ਵਾਲਾ ਹੋ ਰਿਹਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਪਾਤਸ਼ਾਹ ਕਹਿਣ ਲੱਗੇ ਧੁਨ ਕਹੀਏ ਬਾਣੀ, ਬਾਣੀ ਦੇ ਵਿੱਚ ਉਹ ਬਾਣੀ ਰੂਪ ਹੋ ਰਿਹਾ ਹੈ। ਜਿਹੜੇ ਧਿਆਨ ਲਾਉਣ ਵਾਲੇ ਗੁਰਮੁਖ ਨੇ ਉਹਨਾਂ ਦੇ ਧਿਆਨ ਵਿੱਚ ਵੀ ਆਪ ਹੀ ਹੋ ਰਿਹਾ ਹੈ। ਗੁਰਮੁਖ ਕਥ ਕਹਾਣੀ, ਅਤੇ ਗੁਰੂ ਦੁਆਰਾ ਉਸ ਦੀ ਕਥ ਕਹਾਣੀ ਨੂੰ ਗੁਰਮੁਖ ਜਿਹੜੇ ਉਹ ਕਥਨ ਕਰਦੇ ਆ। ਉਹ ਕਹਾਣੀ ਰੂਪ ਵੀ ਆਪ ਹੈ, ਕਥ ਵੀ ਆਪ ਹੈ, ਗੁਰੂ ਰੂਪ ਹੋ ਕੇ ਕਹਿਣ ਵਾਲਾ ਵੀ ਆਪ ਹੈ। ਮਨ ਮੈਂ ਜੋਤ, ਜੋਤ ਮੈਂ ਮਨਵਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦੇ ਵਿੱਚ ਉਹ ਪ੍ਰਮਾਤਮਾ ਮਨ ਰੂਪ ਹੈ ਤੇ ਜੋਤ ਜਿਹੜੀਆਂ ਜੋਤੀਆਂ ਹਨ, ਜੋਤੀਆਂ ਦੇ ਵਿੱਚ ਉਹ ਜੋਤ ਰੂਪ ਵੀ ਪ੍ਰਮਾਤਮਾ ਆਪ ਹੋ ਰਿਹਾ ਹੈ। ਪੰਚ ਮਿਲੇ ਗੁਰ ਭਾਈ, ਅਤੇ ਪੰਜ ਕਹੀਏ ਜਿਹੜੇ ਸ੍ਰੇਸ਼ਟ ਹਨ, ਗੁਰ ਕਹੀਏ ਚੇਤਨ, ਸਭ ਭਾਈ ਸਭ ਨੂੰ ਭਾਉਣ ਵਾਲਾ ਹੈ। ਉਹ ਪ੍ਰਮਾਤਮਾ ਪੰਜ ਕਹੀਏ ਸ੍ਰੇਸ਼ਟ ਹੈ, ਗੁਰ ਕਹੀਏ ਚੇਤਨ ਸਰੂਪ ਹੈ। ਅਤੇ ਇਸੇ ਤਰ੍ਹਾਂ ਭਾਈ, ਭਾਈ ਤੋਂ ਭਾਵ ਹੈ ਭਾਉਣ ਵਾਲਾ। ਉਹ ਪਰਮਾਤਮਾ ਸਾਰਿਆਂ ਨੂੰ ਭਾਉਣ ਵਾਲਾ ਹੈ, ਚੰਗਾ ਲੱਗਣ ਵਾਲਾ ਹੈ। ਭਾਈ ਤੋਂ ਭਾਵ ਹੈ ਮਿਲਿਆ ਹੋਇਆ। ਉਹ ਪਰਮਾਤਮਾ ਸਾਰਿਆਂ ਥਾਵਾਂ ਤੇ ਮਿਲਿਆ ਹੋਇਆ, ਸਮਾਇਆ ਹੋਇਆ ਹੈ। ਨਾਨਕ ਤਿਨ ਕੈ ਸਦ ਬਲਿਹਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਸ ਗੁਰਮੁਖ ਤੋਂ ਬਲਿਹਾਰ ਜਾਣਾ ਕਰੀਏ। ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਗੁਰਮੁਖਾਂ ਨੇ ਇੱਕ ਸ਼ਬਦ ਕਹੀਏ ਬ੍ਰਹਮ, ਸ਼ਬਦ ਦਾ ਇੱਥੇ ਬ੍ਰਹਮ ਕੀਤਾ ਜੋ ਸਾਰਿਆਂ ਥਾਵਾਂ ਤੇ ਰਮਿਆ ਸਮਾਇਆ ਹੈ। ਜਿਨ੍ਹਾਂ ਗੁਰਮੁਖਾਂ ਨੇ ਇੱਕ ਬ੍ਰਹਮ ਦੇ ਵਿੱਚ ਲਿਵ ਲਾਈ ਹੈ, ਧਿਆਨ ਟਿਕਾਇਆ ਹੈ, ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣਾ ਕਰੀਏ। ਇਸ ਤਰ੍ਹਾਂ ਸਤਿਗੁਰੂ ਜੀਆਂ ਨੇ ਇਸ ਸਵਾਲ ਦਾ ਜਵਾਬ ਬਖਸ਼ਿਸ਼ ਕੀਤਾ ਵੀ ਉਹ ਪ੍ਰਮਾਤਮਾ ਕਿਸੇ ਇੱਕ ਦੇਸ਼ ਵਿੱਚ ਨਹੀਂ ਬੈਠਾ ਹੋਇਆ, ਉਹ ਜਰੇ ਜਰੇ ਵਿੱਚ, ਕਣ ਕਣ ਵਿੱਚ ਸਮਾਇਆ ਹੈ। ਉਸ ਦੀ ਜੋਤ ਸਾਰੇ ਥਾਵਾਂ ਤੇ ਸੁਭਾਏਮਾਨ ਹੋ ਰਹੀ ਹੈ। ਸੋ ਇਸੇ ਤਰ੍ਹਾਂ ਵਿਦਵਾਨਾਂ ਨੇ ਇਸੇ ਸ਼ਬਦ ਦਾ ਜੋ ਦੂਸਰਾ ਅਰਥ ਹੈ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਬੂਝੇ ਕਹੀਏ ਪ੍ਰਸ਼ਨ ਕਰਦੇ। ਸਤਿਗੁਰੂ ਪਾਤਸ਼ਾਹ ਜੀ ਆਪ ਜੀਆਂ ਨੇ ਬ੍ਰਹਮ ਨੂੰ ਸਾਰਿਆਂ ਥਾਵਾਂ ਤੇ ਪਰਿਪੂਰਨ ਆਖਿਆ ਹੈ। ਪਰ ਕੁਝ ਲੋਕ ਹੋਰ ਮਤਾਂ ਦੇ ਨੇ ਜਿਨ੍ਹਾਂ ਨੂੰ ਨਿਆਇਕ ਮਤ ਆਖਿਆ ਜਾਂਦਾ ਹੈ। ਨਿਆਇਕ ਮਤ ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਪ੍ਰਮਾਤਮਾ ਆਕਾਸ਼ ਦੇ ਵਾਂਗ ਪਰਿਪੂਰਨ ਕਥਨ ਕੀਤਾ ਹੈ। ਆਪ ਜੀ ਨੇ ਸਰਬ ਵਿਆਪੀ ਉਸ ਨੂੰ ਕਥਨ ਕੀਤਾ ਹੈ। ਪਾਤਸ਼ਾਹ ਜੀ ਦੱਸੋ ਇਹਦੇ ਵਿੱਚੋਂ ਸਹੀ ਬਚਨ ਕਿਹੜਾ ਹੈ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਪ੍ਰਮਾਤਮਾ ਜੋ ਹੈ ਉਹ ਸਰਬ ਵਿਆਪੀ ਹੈ। ਉਹ ਪ੍ਰਮਾਤਮਾ ਬ੍ਰਹਮ ਸਮਰੱਥ ਹੈ। ਪਰ ਜੇ ਆਪਾਂ ਆਕਾਸ਼ ਕਹਿ ਲਈਏ ਵੀ ਆਕਾਸ਼ ਦੇ ਵਾਂਗ ਹੈ ਤੇ ਗੁਰਮੁਖੋ ਆਕਾਸ਼ ਆਪਣੇ ਆਪ ਦੇ ਕੋਈ ਸਮਰੱਥ ਨਹੀਂ ਹੈ। ਆਕਾਸ਼ ਨੂੰ ਵੀ ਕਿਸੇ ਦੂਜੇ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਉਹ ਜੋ ਬ੍ਰਹਮ ਹੈ ਨਾ ਉਹ ਭਾਈ ਆਪਣੇ ਆਪ ਨੂੰ ਹੀ ਆਪ ਸਹਾਰਾ ਦੇਣ ਵਾਲਾ, ਉਹ ਕਿਸੇ ਤੇ ਨਿਰਭਰ ਨਹੀਂ ਹੈ। ਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਇਹ ਫਿਰ ਬਚਨ ਸੁਣ ਕੇ ਤੇ ਆਖਣ ਲੱਗੇ ਕਵਣ ਬਿਧ ਜਾਣੈ। ਉਸ ਦੇ ਨਾਲ ਮਿਲਾਪ ਕਰਨਾ ਕਿਸ ਤਰ੍ਹਾਂ ਜਾਣੀਏ? ਫਿਰ ਮਹਾਰਾਜ ਦੱਸਣਾ ਕਰੋ। ਪੰਕਤੀ ਆਪਾਂ ਪੜ੍ਹੀ ਹੈ ਨਾ, ਕਵਣ ਬਿਧ ਜਾਣੈ, ਰਹਾਉ ਦੀਆਂ ਪੰਕਤੀਆਂ ਮਹਾਰਾਜ ਬਖਸ਼ਿਸ਼ ਕਰਦੇ ਵੀ ਉਸ ਨੂੰ ਕਿਸ ਤਰੀਕੇ ਦੇ ਨਾਲ ਜਾਣਿਆ ਜਾਵੇ। ਜਦੋਂ ਇਹ ਸਵਾਲ ਕੀਤਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿ ਆਪ ਜੀ ਨੇ ਬ੍ਰਹਮ ਨੂੰ ਸਮਰੱਥ ਕਥਨ ਕੀਤਾ ਹੈ ਪਰ ਨਿਰਣੇ ਕਰਕੇ ਨਹੀਂ ਦੱਸਿਆ, ਕਿਰਪਾ ਕਰਕੇ ਨਿਰਣੇ ਕਰਕੇ ਦੱਸੋ ਵੀ ਉਹ ਬ੍ਰਹਮ ਰੂਪ ਕਿਵੇਂ ਹੈ ਤੇ ਉਹ ਪਰਮਾਤਮਾ ਸਮਰੱਥ ਕਿਵੇਂ ਹੈ। ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸੇ ਸ਼ਬਦ ਨੂੰ ਸ਼ੁਰੂ ਤੋਂ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹਨ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਸਾਗਰ ਸਮੁੰਦਰ ਹੈ ਗੁਰਮੁਖੋ, ਇਸ ਦੇ ਵਿੱਚ ਬੂੰਦ ਜਿਹੜੀ ਹੈ ਨਾ, ਪਾਣੀ ਦੀ ਬੂੰਦ, ਉਹ ਸਮੁੰਦਰ ਵਿੱਚ ਸਮਾ ਜਾਂਦੀ ਹੈ। ਮਹਾਰਾਜ ਨੇ ਦੂਜਾ ਅਰਥ ਕੀਤਾ ਹੈ ਵੀ ਪ੍ਰਮਾਤਮਾ ਸਮਰੱਥ ਕਿਵੇਂ ਹੈ। ਕਹਿਣ ਲੱਗੇ ਵੀ ਜਿਹੜੀ ਪਾਣੀ ਦੀ ਬੂੰਦ ਹੈ ਉਹ ਸਾਗਰ ਦੇ ਵਿੱਚ ਸਮਾ ਜਾਂਦੀ ਹੈ, ਸਾਗਰ ਵਿੱਚ ਲੀਨ ਹੋ ਜਾਂਦੀ ਹੈ। ਪਰ ਜੇ ਉਹ ਪ੍ਰਮਾਤਮਾ ਚਾਹਵੇ ਤੇ ਬੂੰਦ ਵਿੱਚ ਸਮੁੰਦਰ ਵੀ ਸਮਾ ਜਾਵੇ। ਇਹ ਹੈ ਉਹਦੀ ਸਰਬਗਤਾ। ਪੁੱਛਿਆ ਨਾ ਵੀ ਉਹ ਸਮਰੱਥ ਕਿਵੇਂ ਹੈ? ਕਹਿਣ ਲੱਗੇ ਇਹ ਤੇ ਸਾਰਿਆਂ ਨੂੰ ਪਤਾ ਵੀ ਪਾਣੀ ਦੀ ਬੂੰਦ ਪਾਣੀ ਵਿੱਚ ਸਮਾ ਜਾਂਦੀ ਹੈ, ਸਮੁੰਦਰ 'ਚ ਸਮਾ ਜਾਂਦੀ ਹੈ। ਪਰ ਜੇ ਉਹ ਪ੍ਰਮਾਤਮਾ ਚਾਹਵੇ ਤੇ ਸਾਰੇ ਸਮੁੰਦਰ ਨੂੰ ਇੱਕ ਬੂੰਦ ਵਿੱਚ ਵੀ ਉਹ ਸਮਾ ਸਕਦਾ ਹੈ। ਇਹ ਉਹਦੀ ਸਮਰੱਥਾ ਹੈ, ਇਹ ਉਹਦੀ ਸਰਬਗਤਾ ਹੈ, ਇਹ ਉਸ ਦਾ ਬਲ ਹੈ।
ਸੋ ਗੁਰਮੁਖੋ ਇਤਿਹਾਸ ਵਿੱਚ ਬਚਨ ਆਉਂਦਾ ਵੀ ਇੱਕ ਅਗਸਤ ਨਾਮ ਦਾ ਮੁਨੀ ਹੋਇਆ ਪਹਿਲੇ ਸਮੇਂ ਦੇ ਵਿੱਚ। ਸੋ ਵਿਦਵਾਨਾਂ ਦੀ ਵਿਚਾਰ ਇਹ ਆ ਵੀ ਇੱਕ ਵਾਰੀ ਜਿਹੜੇ ਰਿਖੀ ਮੁਨੀ ਸਨ ਉਹ ਸਮੁੰਦਰ ਦੇ ਕੰਢੇ 'ਤੇ ਬੈਠ ਕੇ ਵਿਚਾਰਾਂ ਕਰਦੇ ਪਏ ਕਿ ਆਪਾਂ ਜੱਗ ਕਰਨਾ ਹੈ, ਸਾਰੇ ਜਾਣੇ ਮਿਲ ਕੇ ਜੱਗ ਕਰੀਏ। ਉਸ ਵੇਲੇ ਸਾਰੇ ਮੁਨੀਆਂ ਦੀ ਇਹ ਸਲਾਹ ਰਿਖੀਆਂ ਦੀ ਹੋਈ ਵੀ ਠੀਕ ਜੱਗ ਕਰਨਾ। ਸਾਰਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਫਲਾਣਾ ਵਿਅਕਤੀ ਇਹ ਕਰੇਗਾ, ਫਲਾਣਾ ਵਿਅਕਤੀ ਇਹ ਕਰੇਗਾ। ਅਤੇ ਸਮੁੰਦਰ ਦੇ ਕੰਢੇ 'ਤੇ ਬੈਠੇ ਹੋਇਆਂ ਨੇ ਆਖਿਆ, ਕਹਿਣ ਲੱਗੇ ਸਮੁੰਦਰ ਦੀ ਕੋਈ ਡਿਊਟੀ ਨਹੀਂ ਲਾਈ ਹੈ ਵੀ ਇਹਨੇ ਕੀ ਕਰਨਾ ਹੈ। ਅਤੇ ਇੱਕ ਰਿਖੀ ਨੇ ਆਖਿਆ, ਕਹਿਣ ਲੱਗਾ ਸਮੁੰਦਰ ਦੀ ਡਿਊਟੀ ਲਾ ਦਿਓ ਵੀ ਸਾਡੇ ਜੱਗ ਦੇ ਵਿੱਚ ਪਾਣੀ ਭਰਨ ਦਾ ਕੰਮ ਕਰੇ, ਇਹ ਵੀ ਸੇਵਾ ਨਿਭਾਵੇ ਸਾਡੇ ਇਸ ਜੱਗ ਦੇ ਵਿੱਚ। ਜਦੋਂ ਇਹ ਗੱਲ ਸਮੁੰਦਰ ਨੂੰ ਪਤਾ ਲੱਗੀ ਉਹਨੂੰ ਬੜਾ ਗੁੱਸਾ ਆਇਆ। ਕਹਿਣ ਲੱਗਾ ਮੈਂ ਐਡਾ ਵੱਡਾ ਦੇਵਤਾ ਅਤੇ ਮੈਂ ਕਮੀਆਂ ਵਾਲੇ ਕੰਮ ਕਰਾਂ, ਪਾਣੀ ਭਰਨ ਵਾਲੇ। ਇਹ ਕੌਣ ਹੁੰਦੇ ਰਿਖੀ ਮੁਨੀ ਮੈਨੂੰ ਇੰਨੀ ਗੱਲ ਕਹਿਣ ਵਾਲੇ, ਮੇਰੇ ਤੋਂ ਪਾਣੀ ਭਰਾਉਣ ਵਾਲੇ। ਆਪਣੀ ਬੇਇੱਜ਼ਤੀ ਜਾਣ ਕੇ ਜਦੋਂ ਕਿਤੇ ਉਹ ਰਿਖੀ ਮੁਨੀ ਕੰਢੇ 'ਤੇ ਸੁੱਤੇ ਸਨ, ਪਾਣੀ ਦੀ ਛੱਲ ਮਾਰੀ, ਚੜ੍ਹ ਕੇ ਆ ਗਿਆ। ਇੱਕ ਵਾਰੀ ਕੁਝ ਰਿਖੀ ਮਰ ਗਏ, ਕੁਝ ਰੁੜ ਗਏ। ਇਸ ਤਰ੍ਹਾਂ ਦਾ ਬੜਾ ਵੱਡਾ ਇਸ ਨੇ ਦੁੱਖ ਦਿੱਤਾ। ਜਦੋਂ ਦੁੱਖ ਦਿੱਤਾ ਤਾਂ ਉਹਨਾਂ ਰਿਖੀਆਂ ਦੇ ਵਿੱਚ ਇੱਕ ਅਗਸਤ ਨਾਮ ਦਾ ਮੁਨੀ ਹੈ। ਉਸਨੇ ਵੇਖਿਆ ਵੀ ਇਸ ਨੇ ਜਾਣ ਬੁੱਝ ਕੇ ਰਿਖੀਆਂ ਨਾਲ ਈਰਖਾ ਕਰਕੇ ਉਹਨਾਂ ਨੂੰ ਮਾਰਿਆ ਹੈ। ਉਸਨੇ ਫਿਰ 2.5 ਚੁਲੀਆਂ ਕਰਕੇ ਸਾਰਾ ਸਮੁੰਦਰ ਹੀ ਪੀ ਲਿਆ। ਕਹਿਣ ਲੱਗਾ ਜੇ ਤੈਨੂੰ ਮਾਣ ਹੈ ਨਾ ਆਪਣੇ ਆਪ 'ਤੇ ਵੀ ਮੈਂ ਬਹੁਤ ਵੱਡਾ ਹਾਂ, ਜੇ ਤੂੰ ਵੱਡਾ ਹੈ ਤਾਂ ਲਿਆ ਫਿਰ ਤੇਰੀ ਵੱਡੇ ਪੁਣੇ ਨੂੰ ਖਤਮ ਕਰੀਏ। 2.5 ਚੁਲੀਆਂ ਦੇ ਨਾਲ ਸਾਰਾ ਸਮੁੰਦਰ ਪੀ ਕੇ ਖਾਲੀ ਕਰ ਦਿੱਤਾ। ਜੀਵ ਜੰਤੂ ਜਿਹੜੇ ਸਨ ਉਹ ਉਸ ਵੇਲੇ ਫਿਰ ਤੜਫਣ ਲੱਗ ਪਏ ਅਤੇ ਫਿਰ ਸਾਰਿਆਂ ਨੇ ਮਿੰਨਤਾਂ ਕੀਤੀਆਂ ਰਿਖੀਆਂ ਨੇ ਵੀ ਸਾਧੂ ਦਾ ਸੁਭਾਅ ਹੁੰਦਾ ਪਰਉਪਕਾਰ ਕਰਨਾ, ਭਲਾ ਕਰਨਾ। ਤੁਸੀਂ ਤਾਂ ਸਮੁੰਦਰ ਖਤਮ ਕਰ ਦਿੱਤਾ, ਕਈ ਜੀਵ ਜੰਤੂ ਤੜਫਦੇ ਪਏ, ਆਪ ਜੀ ਕਿਰਪਾ ਕਰਕੇ ਇਸ ਨੂੰ ਛੱਡ ਦਿਓ। ਅਤੇ ਫਿਰ ਅਗਸਤ ਮੁਨੀ ਨੇ ਉਹ ਸਾਰਾ ਸਮੁੰਦਰ ਜਿੰਨਾ ਪੀਤਾ ਸੀ ਉਹ ਸਾਰਾ ਉਸ ਨੂੰ ਕੱਢਿਆ, ਛੱਡ ਦਿੱਤਾ ਗਿਆ। ਮਹਾਰਾਜ ਉੱਥੇ ਬਚਨ ਕਰਦੇ ਪਏ, ਕਹਿਣ ਲੱਗੇ ਪਰਮਾਤਮਾ ਐਸਾ ਸਮਰੱਥ ਹੈ, ਸਮੁੰਦਰ ਦੇ ਵਿੱਚ ਇੱਕ ਬੂੰਦ ਸਮਾ ਜਾਂਦੀ ਹੈ। ਅਤੇ ਜੇ ਉਹ ਪਰਮਾਤਮਾ ਚਾਹਵੇ ਨਾ ਤਾਂ ਇੱਕ ਬੂੰਦ ਵਾਂਗ ਹੈ ਅਗਸਤ ਮੁਨੀ। ਅਤੇ ਅਗਸਤ ਮੁਨੀ ਨੇ ਸਾਰਾ ਸਮੁੰਦਰ ਆਪਣੇ ਅੰਦਰ ਸਮਾ ਲਿਆ, ਆਪਣੇ ਅੰਦਰ ਪੀ ਕੇ ਰੱਖ ਲਿਆ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਇਹ ਉਹਦੀ ਸਰਬਗਤਾ ਹੈ ਵੀ ਉਸ ਨੇ ਆਪਣੀ ਤਾਕਤ ਅਗਸਤ ਮੁਨੀ ਨੂੰ ਬਖਸ਼ਿਸ਼ ਕੀਤੀ। ਅਤੇ ਅਗਸਤ ਮੁਨੀ ਨੇ ਸਾਰੇ ਸਮੁੰਦਰ ਨੂੰ ਪੀ ਕੇ ਆਖਿਆ ਵੀ ਤੇਰੇ ਮਾਨ ਨੂੰ ਤੋੜਨਾ ਹੈ। ਪੁੱਛਿਆ ਵੀ ਉਹ ਬ੍ਰਹਮ ਪਰਮੇਸ਼ਰ ਹੈ ਸਮਰੱਥ, ਅਤੇ ਸਮਰੱਥਾ ਉਹਦੀ ਕਿੰਨੀ ਕੁ ਹੈ। ਸਤਿਗੁਰੂ ਸਮਰੱਥਾ ਦੱਸਦੇ ਪਏ, ਕਹਿਣ ਲੱਗੇ ਇੱਕ ਬੂੰਦ ਤੇ ਪਾਣੀ ਵਿੱਚ ਸਮਾ ਜਾਂਦੀ ਸਮੁੰਦਰ ਵਿੱਚ ਸਭ ਨੂੰ ਪਤਾ ਹੈ, ਪਰ ਜੇ ਉਹ ਪਰਮਾਤਮਾ ਚਾਹਵੇ ਤਾਂ ਪੂਰੇ ਸਮੁੰਦਰ ਨੂੰ ਇੱਕ ਬੂੰਦ ਬਣਾ ਕੇ ਵੀ ਸਮਾ ਸਕਦਾ ਹੈ। ਅਗਸਤ ਮੁਨੀਆਂ ਦੇ ਉੱਪਰ ਹੱਥ ਰੱਖ ਕੇ ਐਸੀਆਂ ਉਹ ਪਰਮਾਤਮਾ ਜਿਹੜਾ ਹੈ ਉਹ ਕਾਰਜ ਕਰਦਾ ਹੈ। ਕਵਣ ਬੁਝੈ ਬਿਦ ਜਾਣੈ। ਅਤੇ ਫਿਰ ਉਸ ਪਰਮਾਤਮਾ ਦੇ ਨਾਲ ਬਿਦ ਕਹੀਏ ਮਿਲਾਪ ਕਰਨਾ ਕਿਸ ਤਰ੍ਹਾਂ ਜਾਣੇ, ਕੌਣ ਇਸ ਗੱਲ ਨੂੰ ਜਾਣਦਾ ਹੈ, ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਉਤ ਭੁਜ ਚਲਤ ਆਪ ਕਰ ਚੀਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਪਰਮਾਤਮਾ ਬੜਾ ਸਮਰੱਥ ਹੈ। ਉਤ ਭੁਜ, ਉਤ ਤੋਂ ਭਾਵ ਹੈ ਉਹ ਜੋ ਪਰਮਾਤਮਾ ਹੈ, ਭੁਜ ਕਹੀਏ ਬਾਹਾਂ ਵਾਲਾ ਹੈ। ਇੱਥੇ ਵੱਖਰਾ ਵੱਖਰਾ ਅਰਥ ਕੀਤਾ ਹੈ। ਉਤ ਭੁਜ, ਭੁਜ ਦਾ ਨਾਮ ਬਾਹਾਂ ਹੀ ਹੁੰਦਾ ਹੈ। ਕਹਿਣ ਲੱਗੇ ਉਹ ਪਰਮਾਤਮਾ ਉਤਕ੍ਰਿਸ਼ਟ ਹੈ ਅਤੇ ਬਾਹਾਂ ਵਾਲਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਉਹ ਪਰਮਾਤਮਾ ਕਿਰਪਾ ਰੂਪੀ ਬਾਹਾਂ ਵਾਲਾ ਹੈ, ਜਿਹਦੇ 'ਤੇ ਮਿਹਰ ਕਰਦਾ ਨਾ ਉਹਦੇ ਉੱਪਰ ਆਪਣਾ ਹੱਥ ਉਠਾ ਕੇ ਉਸ ਨੂੰ ਆਸ਼ੀਰਵਾਦ ਦਿੰਦਾ ਹੈ। ਉਹ ਪਰਮਾਤਮਾ ਦੀਆਂ ਬਾਹਾਂ ਗੁਰਮੁਖੋ ਕਿਰਪਾ ਕਰਨ ਵਾਲੀਆਂ। ਇਹ ਅੰਤਰੀਵ ਅਰਥ ਨੇ ਸ਼ਬਦ ਦੇ ਕਿ ਉਹ ਪਰਮਾਤਮਾ ਦੀਆਂ ਬਾਹਾਂ ਕਿਹੜੀਆਂ ਕਿਰਪਾ ਕਰਨ ਵਾਲੀਆਂ। ਜਾਂ ਕਹਿ ਲਈਏ ਵੀ ਉਹਦੀਆਂ ਬਾਹਾਂ ਜਿਹੜੀਆਂ ਲੰਮੀਆਂ ਨੇ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ। ਉਹ ਪਰਮਾਤਮਾ ਸੁੰਦਰ ਲੰਮੀਆਂ ਬਾਹਾਂ ਵਾਲਾ, ਕਿਰਪਾ ਰੂਪੀ ਬਾਹਾਂ ਵਾਲਾ ਹੈ। ਚਲਤ ਆਪ ਕਰ ਚੀਨੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੌਤਕ ਰੂਪ ਇਹ ਸੰਸਾਰ ਹੈ। ਚਲਤ ਤੋਂ ਭਾਵ ਹੁੰਦਾ ਗੁਰਮੁਖੋ ਕੌਤਕ, ਅਤੇ ਕੌਤਕ ਰੂਪ ਇਹ ਸੰਸਾਰ ਹੈ ਜਿਹੜੀ ਦੁਨੀਆ ਉਸਨੇ ਬਣਾਈ ਹੈ। ਇਸ ਨੂੰ ਉਤਪਤ ਕਰਨਾ ਵੀ ਪੈਦਾ ਕਿਵੇਂ ਕਰਨਾ ਹੈ, ਇਹ ਚੀਨੈ, ਇਸ ਗੱਲ ਨੂੰ ਉਹ ਆਪ ਹੀ ਜਾਣਦਾ ਵੀ ਦੁਨੀਆ ਪੈਦਾ ਕਿਵੇਂ ਕਰਨੀ ਹੈ। ਸੋ ਕੋਈ ਨਾ ਕੋਈ ਬਹਾਨਾ ਬਣਾ ਕੇ ਸੰਸਾਰ ਨੂੰ ਪੈਦਾ ਕਰਦਾ ਹੈ।
ਐਸੀ ਉਸ ਦੀ ਦਾਤ ਹੈ। ਆਪੇ ਤਤ ਪਛਾਣੈ। ਫਿਰ ਗੁਰਮੁਖੋ ਕੱਲਾ ਪੈਦਾ ਨਹੀਂ ਕਰਦਾ, ਤਤ ਨਾਮ ਚੋਗਾ ਚੁਗਣ ਦਾ ਹੈ। ਜਿਹਨੂੰ ਪੈਦਾ ਕਰਦਾ ਉਹਨੂੰ ਚੋਗਾ ਚੁਗਣ ਵਾਸਤੇ ਵੀ ਦਿੰਦਾ ਹੈ, ਵੀ ਇਹਦੀ ਖੁਰਾਕ ਕੀ ਹੈ। ਜਿਹੜੇ ਘਾਹ ਖਾਣ ਵਾਲੇ ਉਹਨਾਂ ਦੀ ਘਾਹ ਖੁਰਾਕ ਪੈਦਾ ਕਰਦਾ, ਜਿਹੜੇ ਮਾਸ ਖਾਣ ਵਾਲੇ ਉਹਨਾਂ ਦੀ ਖੁਰਾਕ ਮਾਸ ਪੈਦਾ ਕਰਦਾ, ਜਿਹੜੇ ਅੰਨ ਖਾਣ ਵਾਲੇ ਉਹਨਾਂ ਦੀ ਖੁਰਾਕ ਅੰਨ ਪੈਦਾ ਕਰਦਾ। ਉਹ ਪਰਮਾਤਮਾ ਸਮਰੱਥ ਹੈ। ਜਿਹੜੀ ਕਿਸੇ ਦੀ ਖੁਰਾਕ ਹੈ ਉਹ ਖੁਰਾਕ ਚੋਗ ਦੇਣੀ ਵੀ ਪਛਾਣਦਾ ਹੈ ਅਤੇ ਫਿਰ ਪਾਲਣਾ ਕਰਦਾ ਹੈ। ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਇਹ ਬਚਨ ਮਹਾਰਾਜ ਦੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਨ ਨਾਹੀ, ਕਹਿ ਪੂਰਨ ਧੰਨਾ ਤਾਹੂ ਕੋ ਮਤਰੇ ਜੀ ਡਰਾਹੀ। ਇਸ ਤਰ੍ਹਾਂ ਉਹ ਪਰਮਾਤਮਾ ਊਡੇ ਊੜਾਵੈ, ਸੈ ਕੋਸਾ ਤਿਸ ਪਾਛੈ ਬਤਰੇ ਸ਼ਰਿਆ। ਤਿਨ ਕਵਨ ਖਿਲਾਵੈ, ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਐਸੀਆਂ ਦਾਤਾਂ ਦੇਣ ਵਾਲਾ ਹੈ। ਐਸਾ ਗਿਆਨ ਵਿਚਾਰੈ ਕੋਈ, ਪਰ ਗੁਰਮੁਖੋ ਐਸੇ ਗਿਆਨ ਨੂੰ ਕੋਈ ਵਿਰਲਾ ਗੁਰਮੁਖ ਹੀ ਵਿਚਾਰਦਾ ਤੇ ਹੈ। ਮੁਕਤ ਪਰਮ ਗਤ ਹੋਈ। ਜਿਹੜਾ ਵਿਚਾਰਦਾ ਹੈ ਕਹਿਣ ਲੱਗੇ ਉਹ ਆਪ ਮੁਕਤ ਰੂਪ ਹੋ ਜਾਂਦਾ। ਜਿਹੜੇ ਬਚਨ ਆਪਾਂ ਸਰਵਣ ਕੀਤੇ ਨਾ ਪਰਮਾਤਮਾ ਦੀ ਸਿਫਤ ਦੇ, ਜਿਹੜਾ ਇਹਨਾਂ ਬਚਨਾਂ ਨੂੰ ਵਿਚਾਰ ਕੇ ਜਾਣ ਲੈਂਦਾ ਹੈ, ਪਾਤਸ਼ਾਹ ਕਹਿਣ ਲੱਗੇ ਉਹ ਮੁਕਤ ਹੋ ਜਾਂਦਾ ਹੈ। ਇਕੱਲਾ ਆਪ ਹੀ ਮੁਕਤ ਨਹੀਂ ਹੁੰਦਾ ਹੈ, ਉਸ ਦੇ ਕੋਲੋਂ ਉਪਦੇਸ਼ ਲੈਣ ਵਾਲੇ ਪਰਮਗਤ ਹੋਈ ਉਹਨਾਂ ਦੀ ਵੀ ਮੁਕਤੀ ਹੋ ਜਾਂਦੀ ਹੈ। ਜਿਹਨੇ ਆਪ ਵਿਚਾਰਿਆ ਹੈ ਉਹ ਤਾਂ ਮੁਕਤ ਹੋ ਗਿਆ, ਪਰ ਜੇ ਐਸੇ ਵਿਅਕਤੀ ਕੋਲੋਂ ਉਪਦੇਸ਼ ਵੀ ਮਿਲ ਜਾਵੇ ਨਾ, ਤੇ ਜਿਨ੍ਹਾਂ ਨੇ ਉਪਦੇਸ਼ ਲਿਆ ਹੈ ਕਹਿਣ ਲੱਗੇ ਉਹ ਵੀ ਕੇਵਲ ਮੋਕਸ਼ ਨੂੰ ਪ੍ਰਾਪਤ ਕਰਦੇ ਹਨ। ਦਿਨ ਮੈਂ ਰੈਣ ਮੈਂ ਦਿਨੀਆ। ਉਸ ਪਰਮਾਤਮਾ ਨੇ ਐਸੀ ਸਮਰੱਥਾ ਹੈ ਉਸ ਪਰਮਾਤਮਾ ਦੇ ਵਿੱਚ, ਕਹਿਣ ਲੱਗੇ ਵੀ ਉਹ ਪਰਮਾਤਮਾ ਨੇ ਦਿਨ ਵਿੱਚੋਂ ਰਾਤ ਕੀਤੀ ਹੈ ਤੇ ਰਾਤ ਵਿੱਚੋਂ ਦਿਨ ਕੀਤਾ ਹੈ। ਇਹ ਉਹਦੀ ਸਮਰੱਥਾ ਹੈ ਪਰਮਾਤਮਾ ਦੀ। ਸੋ ਜੇਕਰ ਉਹ ਰਾਤ ਨਾ ਕਰਦਾ, ਦਿਨ ਹੀ ਰਹਿਣ ਦਿੰਦਾ ਤੇ ਲੋਕਾਂ ਨੇ ਹਨੇਰੇ ਵਿੱਚ ਹੀ ਮਰ ਖਪ ਜਾਣਾ ਸੀ। ਜੇ ਉਹ ਪਰਮਾਤਮਾ ਰਾਤ ਨਾ ਕਰਦਾ, ਦਿਨ ਹੀ ਰਹਿਣ ਦਿੰਦਾ ਤੇ ਲੋਕਾਂ ਨੇ ਕੰਮ ਕਰ ਕਰਕੇ ਸੋ ਦਿਨੇ ਰਾਤ ਭੱਜ ਨੱਠ ਕੇ ਦੌੜ ਕੇ ਮਰ ਜਾਣਾ ਸੀ। ਐਸੀ ਹਾਲਤ ਇਸ ਦੁਨੀਆ ਦੀ ਹੋ ਜਾਣੀ ਸੀ। ਮਹਾਰਾਜ ਕਹਿਣ ਲੱਗੇ ਦਿਨ ਮਹਿ ਰੈਣ, ਉਹਨੇ ਦਿਨ ਵਿੱਚੋਂ ਰਾਤ ਕੱਢ ਦਿੱਤੀ ਹੈ, ਅਤੇ ਰੈਣ ਮਹਿ ਦਿਨੀਅਰ, ਰਾਤ ਵਿੱਚ ਉਸਨੇ ਦਿਨ ਬਣਾ ਦਿੱਤਾ ਹੈ। ਜੇ ਕੱਲੀ ਰਾਤ ਰਹਿ ਗਈ ਤੇ ਹਨੇਰੇ ਵਿੱਚ ਮਰ ਜਾਣਗੇ, ਜੇ ਕੱਲਾ ਦਿਨ ਰਹਿ ਗਿਆ ਤੇ ਕੰਮਕਾਰ ਵਿੱਚ ਜੀ ਮਰ ਜਾਣਗੇ। ਇਸ ਤਰ੍ਹਾਂ ਉਹ ਪ੍ਰਮਾਤਮਾ ਨੇ ਇਹ ਦੋਨੇ ਚੀਜ਼ਾਂ ਹੀ ਬਣਾਈਆਂ ਹਨ। ਇਹ ਉਸ ਦੀ ਸਮਰੱਥਾ ਹੈ। ਗੁਰਬਾਣੀ ਦਾ ਬਚਨ ਪੜ੍ਹਦਿਆਂ ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਇੱਕ ਮਜਾਤ। ਜਿਹਨੇ ਦਿਨ ਬਣਾਇਆ ਹੈ ਫਿਰ ਉਸਨੇ ਰਾਤ ਬਣਾਈ ਹੈ। ਪਰ ਐਸੇ ਪਰਮਾਤਮਾ ਨੂੰ ਜਿਹੜੇ ਭੁੱਲ ਜਾਂਦੇ ਉਹ ਕਮਜਾਤ ਹਨ। ਇਹ ਬਚਨ ਮਹਾਰਾਜ ਜੀਆਂ ਨੇ ਬਖਸ਼ੇ ਹਨ। ਉਸਨ ਸੀਤ ਬਿਦ ਸੋਈ। ਤੇ ਪਾਤਸ਼ਾਹ ਕਹਿਣ ਲੱਗੇ ਸੋਈ ਤੋਂ ਭਾਵ ਹੁੰਦਾ ਉਸੇ ਵਿਧੀ ਦੇ ਮੁਤਾਬਕ ਗੁਰਮੁਖੋ ਪਰਮਾਤਮਾ ਨੇ ਉਸਨ ਕਹੀਏ ਗਰਮੀ ਵਿੱਚੋਂ ਠੰਡ ਕੱਢੀ ਹੈ। ਪਹਿਲਾਂ ਗਰਮੀ ਬਣਾਈ ਹੈ, ਉਹਦੇ ਵਿੱਚੋਂ ਠੰਡ ਪੈਦਾ ਕਰ ਦਿੱਤੀ, ਅਤੇ ਇਸੇ ਤਰ੍ਹਾਂ ਠੰਡ ਦੇ ਵਿੱਚੋਂ ਉਸ ਪਰਮਾਤਮਾ ਨੇ ਗਰਮੀ ਪੈਦਾ ਕਰ ਦਿੱਤੀ। ਇਹ ਉਸ ਦੀ ਸਮਰੱਥਾ ਹੈ। ਪੁੱਛਿਆ ਨਾ ਵੀ ਪਰਮਾਤਮਾ ਸਮਰੱਥ ਕਿਵੇਂ ਹੈ? ਕਹਿਣ ਲੱਗੇ ਵੀ ਇਸ ਤਰ੍ਹਾਂ ਸਮਰੱਥ ਹੈ, ਚਾਹਵੇ ਤੇ ਗਰਮੀ ਵਿੱਚੋਂ ਠੰਡ ਤੇ ਚਾਹਵੇ ਤੇ ਠੰਡ ਵਿੱਚੋਂ ਗਰਮੀ ਉਹ ਪਰਮਾਤਮਾ ਪੈਦਾ ਕਰਦਾ ਹੈ। ਕਿਉਂਕਿ ਉਹ ਜਾਣਦਾ ਹੈ ਕਿ ਜੇ ਇਕੱਲੀ ਗਰਮੀ ਹੋਈ ਤੇ ਸਾਰੇ ਗਰਮੀ ਨਾਲ ਹੀ ਮਰ ਜਾਣਗੇ, ਜੇ ਇਕੱਲੀ ਠੰਡ ਹੋਈ ਤੇ ਸਾਰੇ ਠੰਡ ਨਾਲ ਮਰ ਜਾਣਗੇ। ਇਸ ਤਰ੍ਹਾਂ ਉਹ ਪਰਮਾਤਮਾ ਜੀਵਾਂ ਨੂੰ ਬਰਾਬਰ ਰੱਖਣ ਵਾਸਤੇ ਕਈਆਂ ਥਾਵਾਂ 'ਤੇ ਠੰਡ, ਕਈਆਂ ਥਾਵਾਂ 'ਤੇ ਗਰਮੀ, ਕਦੇ ਗਰਮੀ ਵਾਲਾ ਮੌਸਮ ਕਦੇ ਠੰਡ ਵਾਲਾ ਮੌਸਮ ਪੈਦਾ ਕਰਦਾ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ। ਦਿਨ ਮੈਂ ਰੈਣ ਮੈਂ ਦਿਨੀਅਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਪਰਮਾਤਮਾ ਹੈ, ਦਿਨ ਦਾ ਅਰਥ ਗੁਰਮੁਖੋ ਦੂਜਾ ਇਹ ਕਰਦੇ ਨੇ ਸੂਰਜ, ਤੇ ਸੂਰਜ ਦਾ ਜਿਹੜਾ ਪੁੱਤਰ ਹੈ ਉਸ ਨੂੰ ਸ਼ਨੀ ਮੰਨਿਆ ਹੈ। ਤੇ ਮਹਾਰਾਜ ਕਹਿਣ ਲੱਗੇ ਇਹ ਰਾਤ ਵਾਂਗ ਦੁਖਦਾਈ ਕੀਤਾ ਹੈ। ਜਿਹੜਾ ਸ਼ਨੀ ਦੇਵ ਹੈ ਨਾ, ਕਹਿੰਦੇ ਸ਼ਨੀ ਚੜ੍ਹ ਗਿਆ ਤੇਰੇ ਉੱਪਰ, ਸ਼ਨੀ ਆ ਗਿਆ। ਇਹ ਕਹਿਣ ਲੱਗੇ ਸ਼ਨੀ ਜਿਹੜਾ ਹੈ ਇਸ ਨੂੰ ਦੁਖਦਾਈ ਕੀਤਾ ਹੈ, ਦੁਨੀਆ ਨੂੰ ਦੁੱਖ ਦਿੰਦਾ ਹੈ। ਅਤੇ ਇਸੇ ਤਰ੍ਹਾਂ ਰੈਣ ਨਾਮ ਹੈ ਰਾਤ ਦਾ, ਤੇ ਰਾਤ ਤੋਂ ਲੈ ਲੈਣਾ ਗੁਰਮੁਖੋ ਹਰਨਾਕਸ਼ ਜਿਹੜਾ ਹੈ ਦੁੱਖ ਦੇਣ ਵਾਲਾ। ਸੋ ਰਾਤ ਦੁੱਖ ਦਿੰਦੀ ਹੈ ਨਾ, ਦੁੱਖ ਦੇਣ ਵਾਲਾ ਹੈ ਹਰਨਾਕਸ਼। ਤੇ ਹਰਨਾਕਸ਼ ਦੇ ਘਰ ਦੇ ਵਿੱਚ ਉਸ ਦੈਂਤ ਕੁਲ ਦੇ ਵਿੱਚੋਂ ਪਰਮਾਤਮਾ ਨੇ ਸੁਖ ਦੇਣ ਵਾਲਾ ਪ੍ਰਹਿਲਾਦ ਭਗਤ ਪੈਦਾ ਕਰ ਦਿੱਤਾ। ਉਹ ਐਸਾ ਹੈ। ਕਿਸ ਤਰ੍ਹਾਂ ਦਾ ਹੈ? ਭਾਵ ਇਹ ਹੈ ਵੀ ਸੂਰਜ ਚਾਨਣ ਦਿੰਦਾ, ਸੁਖ ਦਿੰਦਾ ਹੈ ਸੂਰਜ।
ਪਰ ਸੂਰਜ ਦੇ ਘਰ ਵਿੱਚ ਉਹਨੇ ਸ਼ਨੀ ਪੈਦਾ ਕਰ ਦਿੱਤਾ। ਲੋਕਾਂ ਨੂੰ ਆਖਦੇ ਤੇਰੇ 'ਤੇ ਸ਼ਨੀ ਗ੍ਰਹਿਣ ਆ ਗਿਆ, ਤੇਰੇ 'ਤੇ ਦੁੱਖ ਆ ਸਕਦਾ ਹੈ। ਦਿਨ ਦੇ ਵਿੱਚੋਂ ਉਸਨੇ ਦੁੱਖ ਵੀ ਪੈਦਾ ਕਰ ਦਿੱਤਾ, ਸੁੱਖ ਦੇ ਨਾਲ ਦੁੱਖ ਬਣਾਇਆ ਹੈ। ਇਸੇ ਤਰ੍ਹਾਂ ਰਹਿਣ ਰਾਤ ਤੋਂ ਭਾਵ ਲੈ ਲੈਣਾ ਹੈ ਦੁੱਖ, ਅਤੇ ਦੁੱਖਦਾਇਕ ਕੌਣ ਹੈ? ਹਰਨਾਕਸ਼ ਆਖਦਾ ਮੇਰਾ ਨਾਮ ਜਪੋ ਨਹੀਂ ਤੇ ਮੈਂ ਸਭ ਨੂੰ ਕਤਲ ਕਰ ਦਿਆਂਗਾ। ਐਸੇ ਦੁੱਖ ਦੇਣ ਵਾਲੇ ਰਾਜੇ ਦੇ ਘਰ ਵਿੱਚ ਸੁੱਖ ਰੂਪ ਉਸਨੇ ਪ੍ਰਹਿਲਾਦ ਭਗਤ ਪੈਦਾ ਕਰ ਦਿੱਤਾ ਹੈ। ਅਤੇ ਇਸ ਤਰ੍ਹਾਂ ਉਹ ਪ੍ਰਮਾਤਮਾ ਫਿਰ ਦੁੱਖ ਦੇ ਵਿੱਚ ਸੁੱਖ ਅਤੇ ਸੁੱਖ ਦੇ ਵਿੱਚ ਦੁੱਖ, ਜਾਂ ਕਹਿ ਲਈਏ ਦਿਨ ਦੇ ਵਿੱਚ ਰਾਤ ਅਤੇ ਰਾਤ ਵਿੱਚ ਦਿਨ ਦੇਣ ਵਾਲਾ ਹੈ। ਦਿਨ ਹੈ ਸੂਰਜ, ਰਾਤ ਹੈ ਸ਼ਨੀ ਦੇਵ, ਰਾਤ ਹੈ ਹਰਨਾਕਸ਼, ਦਿਨ ਹੈ ਪ੍ਰਹਿਲਾਦ ਭਗਤ। ਐਸੀਆਂ ਦਾਤਾਂ ਉਹ ਬਣਾਉਣ ਵਾਲਾ ਹੈ। ਉਸਨ ਸੀਤ ਬਿਦ ਸੋਈ। ਤੇ ਕਹਿਣ ਲੱਗੇ ਉਸੇ ਤਰ੍ਹਾਂ ਭਾਈ ਉਸਨ ਨਾਮ ਗਰਮੀ ਦਾ ਹੈ। ਗਰਮੀ ਦੀ ਰੁੱਤ ਦੇ ਸਮਾਨ ਗਰਮ ਸੁਭਾਅ ਵਾਲੇ ਕੌਰਵ ਉਸਨੇ ਪੈਦਾ ਕੀਤੇ। ਕੌਰਵਾਂ ਤੇ ਪਾਂਡਵਾਂ ਦਾ ਜੰਗ ਹੋਇਆ ਨਾ, ਕਹਿਣ ਲੱਗੇ ਗਰਮੀ ਤੋਂ ਭਾਵ ਇਹ ਲੈ ਲੈਣਾ ਹੈ ਵੀ ਗਰਮ ਸੁਭਾਅ ਵਾਲੇ ਉਸਨੇ ਕੌਰਵ ਪੈਦਾ ਕੀਤੇ। ਅਤੇ ਸੀਤ ਨਾਮ ਹੈ ਠੰਡ ਦਾ। ਠੰਡ ਤੋਂ ਇਹ ਭਾਵ ਲੈਣਾ ਹੈ ਕਿ ਸੀਤ ਸੁਭਾਅ ਵਾਲੇ ਜਿਹੜੇ ਹਨ ਉਹ ਪਾਂਡਵ ਪੈਦਾ ਕੀਤੇ। ਇਸ ਤਰ੍ਹਾਂ ਦੇ ਉਹ ਪਰਮਾਤਮਾ ਕਿਸੇ ਨੂੰ ਗਰਮ ਖਿਆਲੀ ਬਣਾ ਦਿੰਦਾ, ਕਿਸੇ ਨੂੰ ਸ਼ਾਂਤਮਈ, ਕਿਸੇ ਨੂੰ ਠੰਡੇ ਸੁਭਾਅ ਵਾਲਾ ਬਣਾਉਂਦਾ ਹੈ, ਫਿਰ ਬਖਸ਼ਦੇ ਹਨ। ਦਿਨ ਮੇ ਰੈਣ ਰੈਣ ਮੇ ਦਿਨਿਅਰ ਉਸਨ ਸੀਤ ਬਿਦ ਸੋਈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਉਸਨ ਨਾਮ ਗੁਰਮੁਖੋ ਗਰਮੀ ਦਾ ਹੈ। ਗਰਮ ਸੁਭਾਅ ਵਾਲੇ ਹਨ ਪਾਂਡਵ, ਅਤੇ ਉਹਨਾਂ ਪੰਜਾਂ ਪਾਂਡਵਾਂ ਭਰਾਵਾਂ ਦੇ ਵਿੱਚ ਸੀਤ ਨਾਮ ਠੰਡ ਦਾ, ਠੰਡੇ ਸੁਭਾਅ ਵਾਲੇ ਉਹਨਾਂ ਦੇ ਵੱਡੇ ਭਰਾ ਨੇ ਯੁਧਿਸ਼ਟਰ। ਹੁਣ ਪਾਂਡਵ ਵੀ ਤੇ ਗੁੱਸੇ ਵਾਲੇ ਸਨ ਵੀ ਸਾਨੂੰ ਆਗਿਆ ਮਿਲੇ ਤੇ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਪਰ ਕਹਿਣ ਲੱਗੇ ਗਰਮ ਸੁਭਾਅ ਵਾਲੇ ਪਾਂਡਵ, ਉਹਨਾਂ ਵਿੱਚ ਠੰਡੇ ਸੁਭਾਅ ਵਾਲਾ ਉਸਨੇ ਯੁਧਿਸ਼ਟਰ ਪੈਦਾ ਕਰ ਦਿੱਤਾ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਸੀਤਵਤ ਹਨ ਗੁਰਮੁਖੋ ਕੌਰਵ। ਹੁਣ ਸਾਰੇ ਕੌਰਵਾਂ ਦਾ ਗੁਨਾਹ ਥੋੜ੍ਹੀ ਹੈ, ਕੁਝ ਕੌਰਵ ਚੰਗੇ ਵੀ ਹੋਣਗੇ, ਕੁਝ ਸੀਤ ਸੁਭਾਅ ਵਾਲੇ ਠੰਡੇ ਸੁਭਾਅ ਵਾਲੇ ਕੌਰਵ ਹਨ, ਪਰ ਉਹਨਾਂ ਦੇ ਵਿੱਚ ਤੱਤੇ ਸੁਭਾਅ ਵਾਲਾ ਦੁਰਯੋਧਨ ਪੈਦਾ ਕਰ ਦਿੱਤਾ, ਜਿਹੜਾ ਸਾਰਿਆਂ ਕੌਰਵਾਂ ਨੂੰ ਪ੍ਰੇਰ ਕੇ ਜੰਗ ਕਰਾਉਂਦਾ ਹੈ। ਉਹ ਇਸ ਤਰ੍ਹਾਂ ਦਾ ਪਰਮਾਤਮਾ ਹੈ। ਠੰਡਿਆਂ ਦੇ ਵਿੱਚ ਗਰਮ ਖਿਆਲੀ ਪੈਦਾ ਕਰ ਦਿੰਦਾ ਹੈ, ਗਰਮ ਖਿਆਲਾਂ ਗਰਮ ਸੁਭਾਵਾਂ ਵਾਲਿਆਂ ਵਿੱਚ ਠੰਡੇ ਸੁਭਾਅ ਵਾਲੇ ਪੈਦਾ ਕਰ ਦਿੰਦਾ ਹੈ। ਇਹ ਉਸ ਦੀ ਸਮਰੱਥਾ ਹੈ। ਪੁੱਛਿਆ ਨਾ ਵੀ ਉਹ ਕਰਦਾ ਕੀ ਹੈ, ਕਹਿੰਦੇ ਭਾਈ ਇਹ ਉਸ ਦੀ ਸਮਰੱਥਾ, ਇਸ ਤਰ੍ਹਾਂ ਕਰਦਾ ਹੈ। ਤਾਂ ਕਿ ਗਤ ਮਿਤ ਅਵਰ ਨਾ ਜਾਣੈ। ਉਸ ਪਰਮਾਤਮਾ ਦੀ ਸਮਰੱਥਾ ਦੀ ਗਤ ਨੂੰ ਕੋਈ ਦੂਜਾ ਜਾਣਦਾ ਹੀ ਨਹੀਂ। ਇਹ ਤੇ ਗੁਰਮੁਖੋ ਕੁਝ ਬਚਨ ਨੇ ਅਸੀਂ ਸੁਣ ਕੇ ਹੈਰਾਨ ਹੋਵਾਂਗੇ ਵੀ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ, ਪਰ ਉਸ ਦੀ ਸਮਰੱਥਾ ਨੂੰ ਕੋਈ ਨਹੀਂ ਜਾਣਦਾ ਦੁਨੀਆ ਤੇ। ਉਹ ਪਰਮਾਤਮਾ ਇੰਨਾ ਸਮਰੱਥ ਹੈ, ਕੀ ਕਰ ਦੇਵੇ, ਕਦੋਂ ਕੀ ਕਰਦਾ ਕੋਈ ਜਾਣਦਾ ਨਹੀਂ ਹੈ। ਗੁਰ ਬਿਨ ਸਮਝ ਨਾ ਹੋਈ। ਗੁਰੂ ਤੋਂ ਬਿਨਾਂ ਨਹੀਂ ਸਮਝ ਆਉਂਦੀ ਹੈ। ਗੁਰੂ ਸਮਝਾ ਦੇਵੇ, ਉਪਦੇਸ਼ ਦੇ ਦੇਣ ਸਤਿਗੁਰੂ, ਫਿਰ ਸਮਝ ਪੈਂਦੀ ਹੈ। ਪੁਰਖ ਮੈਂ ਨਾਰ ਨਾਰ ਮੈਂ ਪੁਰਖਾ। ਉਹ ਪਰਮਾਤਮਾ ਜਿਹੜਾ ਹੈ ਪੁਰਖ ਮੈਂ ਨਾਰ, ਇੱਕ ਬੰਦੇ ਨੂੰ ਉਸਨੇ ਇਸਤਰੀ ਦਾ ਮੋਹ ਪਾ ਦਿੱਤਾ ਹੈ। ਇਹ ਮੋਹ ਰੂਪ ਆਪ ਹੋ ਰਿਹਾ। ਕਹਿਣ ਲੱਗੇ ਪਰਮਾਤਮਾ ਦੀ ਸਮਰੱਥਾ ਕੀ ਹੈ? ਸਤਿਗੁਰੂ ਕਹਿਣ ਲੱਗੇ ਸਮਰੱਥਾ ਇਹ ਹੈ ਪੁਰਖ ਮਹਿ ਨਾਰ। ਉਸਨੇ ਪੁਰਖ ਦੇ ਵਿੱਚ, ਮਰਦ ਦੇ ਵਿੱਚ, ਨਾਰ ਕਹੀਏ ਇਸਤਰੀ, ਉਸ ਦਾ ਮੋਹ ਪਾ ਛੱਡਿਆ ਹੈ। ਪੁਰਖ ਮਹਿ ਨਾਰ, ਉਹ ਪੁਰਸ਼ਾਂ ਦੇ ਵਿੱਚ, ਬੰਦਿਆਂ ਦੇ ਵਿੱਚ ਇਸਤਰੀ ਦਾ ਮੋਹ ਪਾ ਦਿੰਦਾ ਹੈ। ਇਸ ਤਰ੍ਹਾਂ ਦੀ ਸਮਰੱਥਾ ਰੱਖਦਾ ਹੈ। ਨਾਰ ਮੈਂ ਪੁਰਖਾ। ਜਿਹੜੀਆਂ ਨਾਰ ਇਸਤਰੀਆਂ ਹਨ ਉਹਨਾਂ ਵਿੱਚ ਪੁਰਖ ਦਾ ਉਹ ਮੋਹ ਪਾ ਦਿੰਦਾ ਹੈ। ਵਿਰੋਧੀ ਤੱਤ ਬਣ ਗਿਆ ਨਾ, ਇੱਕ ਦੂਜੇ ਵੱਲ ਖਿੱਚੇ ਜਾਂਦੇ। ਬੰਦਾ ਇਸਤਰੀ ਵੱਲ ਖਿੱਚਿਆ ਜਾਂਦਾ, ਇਸਤਰੀ ਬੰਦੇ ਵੱਲ ਖਿੱਚੀ ਜਾਂਦੀ ਹੈ। ਇਹ ਪਰਮਾਤਮਾ ਦੀ ਸਮਰੱਥਾ ਹੈ ਵੀ ਇਸ ਤਰ੍ਹਾਂ ਕਰਦਾ ਹੈ। ਉਹ ਦੁਨੀਆ ਉਹਨੇ ਇਸ ਤਰੀਕੇ ਦੀ ਬਣਾਈ ਹੈ ਕਿ ਔਰਤ ਨੂੰ ਮਰਦ ਚੰਗਾ ਲੱਗਦਾ, ਮਰਦ ਨੂੰ ਔਰਤ ਚੰਗੀ ਲੱਗਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ। ਪੁਰਸ਼ ਜਿਹੜੇ ਹਨ ਉਹਨਾਂ ਨੂੰ ਨਾਰ, ਜਾਂ ਕਹਿ ਲਈਏ ਜੋ ਨਰ ਹੈ ਉਸ ਨੂੰ ਮਾਦਾ ਨਾਲ ਪਿਆਰ ਹੈ, ਜੋ ਮਾਦਾ ਹੈ ਉਸ ਨੂੰ ਨਰ ਦੇ ਨਾਲ ਪਿਆਰ ਹੈ। ਇਸ ਤਰ੍ਹਾਂ ਪਰਮਾਤਮਾ ਸਾਰਿਆਂ ਨੂੰ ਇੱਕ ਦੂਜੇ ਨਾਲ ਮੇਲ ਬਣਾ ਕੇ ਰੱਖਦਾ ਹੈ। ਬੁੱਝੋ ਬ੍ਰਹਮ ਗਿਆਨੀ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਬ੍ਰਹਮ ਨੂੰ ਜਾਣਨ ਵਾਲਿਓ ਗੁਰਮੁਖੋ, ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਕਰੋ। ਉਹ ਜੋ ਪਰਮਾਤਮਾ ਹੈ ਪੁਰਸ਼ ਅਤੇ ਇਸਤਰੀ ਦੋਵਾਂ ਦਾ ਜਦ ਆਪਸ ਵਿੱਚ ਮਿਲਾਪ ਕਰਾਉਂਦਾ ਹੈ ਤੇ ਉਹਨਾਂ ਦੇ ਵਿੱਚੋਂ ਨਾਰ ਪੁਰਖਾ, ਲੜਕੇ ਤੇ ਲੜਕੀਆਂ ਪੈਦਾ ਕਰ ਦਿੰਦਾ ਹੈ। ਪੁੱਛਿਆ ਪਰਮਾਤਮਾ ਹੋਰ ਕੀ ਕਰਦਾ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੁਰਖ ਮਹਿ ਨਾਰ। ਜਦੋਂ ਨਾਰ ਅਤੇ ਪੁਰਖ ਦਾ ਮਿਲਾਪ ਹੁੰਦਾ, ਵਿਆਹ ਹੋ ਜਾਂਦਾ ਹੈ ਲੜਕੀ ਲੜਕੇ ਦਾ, ਤੇ ਵਿਆਹ ਤੋਂ ਬਾਅਦ ਵਿੱਚ ਉਹ ਪਰਮਾਤਮਾ ਨਾਰ ਮਹਿ ਪੁਰਖਾ,
ਉਹਨਾਂ ਦੋਵਾਂ ਪਤੀ ਪਤਨੀ ਦੇ ਵਿੱਚੋਂ, ਦੰਪਤ ਦੇ ਵਿੱਚੋਂ ਫਿਰ ਅੱਗੇ ਬੱਚੇ ਪੈਦਾ ਕਰਦਾ, ਲੜਕੀਆਂ ਤੇ ਲੜਕੇ ਪੈਦਾ ਹੋ ਜਾਂਦੇ। ਇਹ ਪਰਮਾਤਮਾ ਦੀ ਸਮਰੱਥਾ ਹੈ ਕਿ ਉਹ ਇਸ ਤਰ੍ਹਾਂ ਦੇ ਕੌਤਕ ਕਰਦਾ ਹੈ। ਪੁੱਛਿਆ ਵੀ ਉਹ ਸਮਰੱਥ ਕਿਵੇਂ ਹੈ? ਕਹਿੰਦੇ ਜੀ ਇਸ ਤਰ੍ਹਾਂ ਸਮਰੱਥ ਹੈ, ਸਮਝ ਲੈਣਾ ਕਰੋ ਵੀ ਇੱਕ ਦੂਜੇ ਦੇ ਵਿਰੋਧੀ ਤੱਤ ਇੱਕ ਦੂਜੇ ਨੂੰ ਖਿੱਚ ਲੈਂਦੇ, ਫਿਰ ਉਹਨਾਂ ਦੋਵਾਂ ਵਿੱਚੋਂ ਅੱਗੇ ਸੰਤਾਨ ਉਹ ਪੈਦਾ ਕਰਦਾ ਹੈ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਭੱਟ ਜਨ ਕਹਿਣ ਲੱਗੇ, ਕਹਿੰਦੇ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ। ਗੁਰਮੁਖਾ, ਇਸ ਪਰਮਾਤਮਾ ਨੇ एक पानी मैला माटी गोरी, इस माटी की पुतली जोरी। ऐसा वो परमात्मा है कि एक बूंद तो ये शरीर बना दिंदा है, सोहणियां सोहणियां देहां, सोहणे सोहणे शरीर बनाउंदा है। ये सारी उसकी समर्था है कि उसने तेरा वजूद की है, तेरे तन दे विच की है, हड्ड ते मिझ है, नाड़ियां हन, वेखण नूं जी ना करे, पर वेख चमड़ी दा किन्ना सोहणा उपर पोचा मार के तैनूं किन्ना सोहणा बना दिता। जे वेखिया जावे तूं बनिया किवें है ਤੇ ਫਿਰ ਬੜੀ ਗਲਾਨ ਆਵੇ, ਤੂੰ ਬਣਿਆ ਕਿੱਥੇ ਹੈ, ਇਹ ਸੁਣ ਕੇ ਵੀ ਬੜੀ ਗਲਾਨ ਆਵੇ। ਤੇਰਾ ਜਨਮ ਕਿਵੇਂ ਹੋਇਆ ਹੈ, ਇਹ ਵੇਖ ਕੇ ਵੀ ਬੜੀ ਗਲਾਨ ਆਵੇ, ਬੜੀ ਨਫ਼ਰਤ ਆਵੇ। ਪਰ ਇਹਨਾਂ ਸਾਰਿਆਂ ਥਾਵਾਂ 'ਤੇ ਉਹ ਪਰਮਾਤਮਾ ਸਮਰੱਥ ਰੱਖਿਆ ਕਰਕੇ ਤੈਨੂੰ ਜਨਮ ਦਿੰਦਾ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਆਖਣ ਲੱਗੇ, ਪੁਰਖ ਜੋ ਈਸ਼ਵਰ ਹੈ ਅਤੇ ਨਾਰ ਜੋ ਮਾਇਆ ਹੈ। ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਗੁਰਮੁਖੋ, ਪੁਰਖ ਕੌਣ ਹੈ? ਪੁਰਖ ਹੈ ਉਹ ਪਰਮਾਤਮਾ। ਇਹ ਵੱਖਰੇ ਵੱਖਰੇ ਅਰਥ ਕੀਤੇ ਵਿਦਵਾਨਾਂ ਨੇ ਇਹਨਾਂ ਪੰਕਤੀਆਂ ਦੇ। ਪੁਰਖ ਨਾਮ ਪਰਮੇਸ਼ਰ ਦਾ, ਨਾਰ ਨਾਮ ਹੈ ਮਾਇਆ ਦਾ। ਕਹਿਣ ਲੱਗੇ ਜਿਸ ਵੇਲੇ ਮਾਇਆ ਤੇ ਪਰਮਾਤਮਾ ਦਾ ਆਪਸ ਵਿੱਚ ਮਿਲਾਪ ਹੋਇਆ ਤੇ ਉਹਨਾਂ ਦੇ ਵਿੱਚੋਂ ਫਿਰ ਕਹਿਣ ਲਈਏ ਵੀ ਨਾਰੀ ਤੇ ਪੁਰਖ ਅੱਗੇ ਪੈਦਾ ਹੋਏ। ਸੰਸਾਰ ਉਸਨੇ ਪੈਦਾ ਕਰ ਦਿੱਤਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਦੋਂ ਇਹ ਮਾਇਆ ਪਰਮਾਤਮਾ ਦੇ ਨਾਲ ਮਿਲ ਕੇ ਪ੍ਰਸੂਤ ਹੋਈ ਨਾ, ਫਿਰ ਅੱਗੇ ਦੇਵੀਆਂ ਦੇਵਤੇ ਬਣ ਗਏ, ਪੀਰ ਪੈਗੰਬਰ ਬਣ ਗਏ, ਸਾਧੂ ਸੰਤ ਬਣ ਗਏ, ਰਿਸ਼ੀ ਮੁਨੀ ਬਣ ਗਏ, ਧਾਰਮਿਕ ਗ੍ਰੰਥ ਬਣ ਗਏ, ਫਿਰ ਇਹ ਸਾਰੀ ਦੁਨੀਆ ਬਣ ਗਈ ਹੈ। ਕਹਿਣ ਲੱਗੇ ਭਾਈ ਉਹ ਪਰਮਾਤਮਾ ਨੇ ਜਦੋਂ ਮਾਇਆ ਨਾਲ ਮਿਲਾਪ ਕੀਤਾ ਤੇ ਉਸ ਵਿੱਚੋਂ ਬ੍ਰਹਮ ਨੇ ਫਿਰ ਨਾਰੀ ਪੁਰਖ ਰੂਪ ਸਾਰਾ ਸੰਸਾਰ ਰਚ ਦਿੱਤਾ। ਬ੍ਰਹਮ ਨੇ ਸਭ ਕੁਝ ਰਚਿਆ। ਮਹਾਰਾਜ ਕਹਿਣ ਲੱਗੇ ਕੀਤਾ ਪਸਾਓ ਏਕੋ ਅਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਪਰਮਾਤਮਾ ਕੀ ਕਰ ਸਕਦਾ ਉਹ ਦੱਸਦੇ ਪਏ। ਕਹਿਣ ਲੱਗੇ ਇੱਕੋ ਆਵਾਜ਼ ਦਿੰਦਾ ਤੇ ਪੂਰੀ ਦੁਨੀਆ ਬਣਾ ਦਿੰਦਾ ਹੈ। ਐਸੀ ਉਸਦੀ ਭਾਈ ਸਮਰੱਥਾ ਹੈ, ਬਖਸ਼ਦੇ ਹਨ। ਬ੍ਰਹਮ ਗਿਆਨੀ, ਬ੍ਰਹਮ ਗਿਆਨੀਆਂ ਦੁਆਰਾ ਭਾਈ ਇਸ ਬਚਨ ਨੂੰ ਬੁੱਝ ਲੈਣਾ ਕਰੋ, ਜਾਣ ਲੈਣਾ ਕਰੋ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਬ੍ਰਹਮ ਹੈ ਉਸ ਦੇ ਧੁਨ ਕਹੀਏ ਉਚਾਰਨ ਵਿੱਚ ਧਿਆਨ ਕੀਤਾ। ਇੱਥੇ ਧੁਨ ਦਾ ਅਰਥ ਉਚਾਰਨ ਕਰਨਾ ਹੈ। ਜਦੋਂ ਬ੍ਰਹਮ ਦੇ ਵਿੱਚ ਜੋ ਬ੍ਰਹਮ ਉਚਾਰਿਆ ਹੋਇਆ ਹੈ, ਬ੍ਰਹਮ ਪਸਰਿਆ ਹੋਇਆ ਪਰਮਾਤਮਾ ਹੈ, ਜਦੋਂ ਉਸ ਦੇ ਵਿੱਚ ਧਿਆਨ ਲਾਇਆ ਹੈ ਤੇ ਪਰ ਸਤਿਗੁਰੂ ਫਰਮਾਉਂਦੇ ਹਨ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਤੇ ਫਿਰ ਧਿਆਨ ਦੇ ਵਿੱਚ ਕਹਿਣ ਲਈਏ ਵੀ ਜਦੋਂ ਅਸਥਿਤ ਹੋਏ, ਜਦੋਂ ਟਿਕ ਜਾਣਾ ਕੀਤਾ ਹੈ। ਗੁਰਮੁਖ ਕਥ ਕਹਾਣੀ, ਤੇ ਫਿਰ ਸਮਝ ਲੱਗ ਗਈ ਗੁਰ ਕਹੀਏ ਜੋ ਚੇਤਨ ਹੈ, ਮੁਖ ਕਹੀਏ ਜੋ ਅਸ਼ਟਾਂਗ ਸਰੂਪ ਪਰਮਾਤਮਾ ਹੈ, ਉਸ ਦੀ ਕਹਾਣੀ ਨੂੰ ਫਿਰ ਅਸੀਂ ਜਾਣ ਲੈਣਾ ਕੀਤਾ ਹੈ। ਸੋ ਕਿਸ ਤਰ੍ਹਾਂ ਜਾਣਿਆ ਹੈ? ਆਪਣੇ ਆਪ ਜਾਣਿਆ ਜਾਂ ਕਿਸੇ ਤੋਂ ਜਾਣਿਆ? ਇਹ ਸਵਾਲ ਕੀਤਾ ਸਿੱਖ ਨੇ ਤੇ ਮਹਾਰਾਜ ਫਰਮਾਉਂਦੇ ਹਨ ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੋ ਭਾਵਨੇ ਯੋਗ ਪਰਮਾਤਮਾ ਹੈ, ਭਾਈ ਦਾ ਅਰਥ ਕੀਤਾ ਭਾਵਨੇ ਯੋਗ, ਚੰਗਾ ਲੱਗਣ ਵਾਲਾ ਜਿਹੜਾ ਪਰਮਾਤਮਾ ਹੈ। ਜਿਸ ਵੇਲੇ ਚੰਗੇ ਲੱਗਣ ਵਾਲੇ ਪਰਮਾਤਮਾ ਨੂੰ ਪੰਚ ਕਹੀਏ ਸ੍ਰੇਸ਼ਟ ਸਤਿਗੁਰੂ ਆ ਕੇ ਮਿਲੇ ਅਤੇ ਉਹਨਾਂ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਜਦੋਂ ਲਿਵ ਲਾਈ ਨਾ, ਧਿਆਨ ਲਾਉਣਾ ਕੀਤਾ, ਜਿਨ ਏਕ ਸ਼ਬਦ ਲਿਵ ਲਾਈ। ਸ਼ਬਦ ਕਹੀਏ ਬ੍ਰਹਮ ਦੇ ਵਿੱਚ ਜਦੋਂ ਗੁਰਮੁਖਾਂ ਨੇ ਲਿਵ ਲਾਈ ਹੈ, ਧਿਆਨ ਟਿਕਾਇਆ ਹੈ ਤੇ ਮਨ ਮੈਂ ਹੈ, ਉਹਨਾਂ ਨੇ ਮਨ ਵਿੱਚੋਂ ਹੀ ਜੋਤੀ ਸਰੂਪ ਪਰਮਾਤਮਾ ਨੂੰ ਜਾਣ ਲਿਆ। ਮਨ ਦੇ ਵਿੱਚ ਹੀ ਉਸ ਨੂੰ ਨਿਸ਼ਚੇ ਰੂਪ ਉਹਨਾਂ ਗੁਰਮੁਖਾਂ ਨੇ ਜਾਣਿਆ ਹੈ। ਨਾਨਕ ਤਿਨ ਕੈ ਸਦ ਬਲਿਹਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੈ? ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ। ਜਿਵੇਂ ਸਾਗਰ ਮਹਿ ਜਲ ਦੇ ਵਿੱਚ ਬੂੰਦਾਂ ਤੇ ਬੂੰਦਾਂ ਵਿੱਚ ਜਲ ਅਭੇਦ ਹੁੰਦਾ ਹੈ, ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਇੱਕ ਬ੍ਰਹਮ ਦੇ ਵਿੱਚ ਲਿਵ ਲਾਈ ਹੈ,
ਉਹਨਾਂ ਨੇ ਆਪਣੇ ਆਪ ਨੂੰ ਅਭੇਦ ਰੂਪ ਨਿਸ਼ਚੈ ਕੀਤਾ ਹੈ। ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ, ਇਕਮਿਕ ਹੋ ਗਏ ਹਨ। ਐਸੀ ਦਾਤ ਮਿਲਦੀ ਹੈ। ਨਾਨਕ ਤਿਨ ਕੇ ਸਦ ਬਲਿਹਾਰੀ। ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਣਾ ਕਰੀਏ, ਕੁਰਬਾਨ ਜਾਣਾ ਕਰੀਏ। ਜਿਨ ਏਕ ਸ਼ਬਦ ਲਿਵ ਲਾਈ। ਜਿਨ੍ਹਾਂ ਨੇ ਇੱਕ ਬ੍ਰਹਮ ਦੇ ਵਿੱਚ ਲਿਵ ਲਾਈ ਹੈ, ਧਿਆਨ ਟਿਕਾਇਆ, ਐਸੇ ਗੁਰਮੁਖਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ, ਐਸੀਆਂ ਦਾਤਾਂ ਪ੍ਰਾਪਤ ਹੋਣ। ਇਹ ਪਾਤਸ਼ਾਹ ਜੀ ਨੇ ਇਸੇ ਸ਼ਬਦ ਦੇ ਦੂਜੇ ਅਰਥ ਸਾਨੂੰ ਬਖਸ਼ਿਸ਼ ਕਰਕੇ ਉਸ ਪਰਮਾਤਮਾ ਦੀ ਸਮਰੱਥਾ ਨੂੰ ਸਮਝਾਇਆ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਸਮਰੱਥਾ ਰੱਖਦਾ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਹ ਸਾਡੇ ਤੇ ਕਿਰਪਾ ਕਰ ਰਹੇ ਹਨ। ਰਾਮ ਕਲੀ ਮਹੱਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਧਾਰੀ। ਜਿਸ ਵੇਲੇ ਹਰੀ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤਾਂ ਹਉਮੈ ਵਿੱਚੋਂ ਮਾਰੀ। ਤਾਂ ਇਹ ਜਿਹੜੀ ਹਉਮੈ ਹੰਗਤਾ ਹੈ ਇਹ ਮਨ ਵਿੱਚੋਂ ਮਾਰ ਕੇ ਗੁਰਮੁਖਾਂ ਨੇ ਬਾਹਰ ਕੱਢ ਦਿੱਤੀ ਹੈ। ਸੋ ਸੇਵਕ ਰਾਮ ਪਿਆਰੀ। ਪਾਤਸ਼ਾਹ ਕਹਿਣ ਲੱਗੇ ਉਹ ਰਾਮ ਜੋ ਰਮਿਆ ਹੋਇਆ ਹੈ ਉਸ ਦਾ ਪਿਆਰਾ ਸੇਵਕ, ਪਿਆਰਾ ਦਾਸ ਉਹ ਗੁਰਮੁਖ ਬਣ ਜਾਂਦਾ ਹੈ। ਜੋ ਗੁਰ ਸ਼ਬਦੀ ਵਿਚਾਰੀ। ਜੋ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਮਹਾਰਾਜ ਤੋਂ ਪੁੱਛਿਆ ਜੀ ਤੁਹਾਡਾ ਪਿਆਰਾ ਸੇਵਕ ਕੌਣ ਹੈ? ਕਹਿਣ ਲੱਗੇ ਪਿਆਰਾ ਉਹ ਹੈ ਜੀ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਸੋ ਹਰ ਜਨ ਹਰ ਪ੍ਰਭ ਭਾਵੈ। ਉਹ ਹਰੀ ਦਾ ਜਨ ਗੁਰਮੁਖ ਪਰਮਾਤਮਾ ਨੂੰ ਭਾਉਂਦਾ ਕਹੀਏ ਚੰਗਾ ਲੱਗਦਾ ਹੈ। ਐਨਸ ਭਗਤ ਕਰੇ ਦਿਨ ਰਾਤੀ। ਉਹ ਫਿਰ ਗੁਰਮੁਖ ਐਹਨਿਸ ਦਿਨੇ ਰਾਤ ਉਸ ਦੀ ਭਗਤੀ ਕਰਦੇ ਹਨ। ਲਾਜ ਛੋੜ ਹਰ ਕੇ ਗੁਣ ਗਾਵੈ। ਦੁਨੀਆ ਦੀ ਲਾਜ, ਸੰਸਾਰਕ ਲੱਜਾ ਛੱਡ ਕੇ, ਦੁਨੀਆ ਕੀ ਕਵੇਗੀ ਇਹ ਛੱਡ ਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਧੁਨ ਵਾਜੇ ਅਨਹਦ ਕੋਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਸਤ ਸੰਗਤ ਹੈ ਨਾ ਗੁਰਮੁਖੋ ਇਹਦੇ ਵਿੱਚ ਅਨਹਦ ਕਹੀਏ ਇੱਕ ਰਸ ਘੋਰਾ ਗੰਭੀਰ ਧੁਨ ਦੇ ਵਾਜੇ ਵੱਜ ਰਹੇ ਹਨ। ਮਨ ਮਾਨਿਆ ਹਰ ਰਸ ਮੋਰਾ। ਉਹਨਾਂ ਨਾਮ ਰੂਪੀ ਵਾਜਿਆਂ ਦੇ ਉੱਪਰ ਮੇਰਾ ਮਨ ਮੰਨਿਆ ਹੈ। ਗੁਰ ਪੂਰਾ ਸੱਚ ਸਮਾਇਆ। ਗੁਰ ਪੂਰਿਆਂ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਵੀ ਸੱਚ ਸਾਰਿਆਂ ਥਾਵਾਂ ਤੇ ਪਰਮੇਸ਼ਰ ਸਮਾਇਆ ਹੋਇਆ ਹੈ। ਗੁਰ ਆਦ ਪੁਰਖ ਹਰ ਪਾਇਆ। ਤੇ ਆਦ ਪੁਰਖ ਜਿਹੜਾ ਪਰਮਾਤਮਾ ਹੈ ਉਸ ਨੂੰ ਗੁਰਾਂ ਦੁਆਰੇ ਪ੍ਰਾਪਤ ਕਰ ਲਿਆ ਹੈ। ਸਭ ਨਾਦ ਵੇਦ ਗੁਰਬਾਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਵੇਦ ਹਨ ਨਾ ਗੁਰਮੁਖੋ ਉਹਨਾਂ ਦਾ ਨਾਦ ਕਹੀਏ ਜੋ ਸਿਧਾਂਤ ਹੈ, ਵੇਦਾਂ ਦਾ ਸਿਧਾਂਤ ਉਹ ਸਾਰਾ ਗੁਰਬਾਣੀ ਹੈ। ਐਸੀ ਇਹ ਬਾਣੀ ਦੀ ਦਾਤ ਹੈ। ਮਨ ਰਾਤਾ ਸਾਰੰਗ ਪਾਣੀ। ਕਹਿਣ ਲੱਗੇ ਜੋ ਸਾਰੰਗ ਪਾਣੀ ਪਰਮਾਤਮਾ ਹੈ ਉਹਦੇ ਵਿੱਚ ਸਾਡਾ ਮਨ ਰੰਗਿਆ ਗਿਆ ਹੈ, ਉਹਦੇ ਵਿੱਚ ਸਾਡਾ ਮਨ ਮਿਲ ਗਿਆ ਹੈ। ਤੈ ਤੀਰਥ ਵਰਤ ਤਪ ਸਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਸ ਗੁਰਬਾਣੀ ਵਿੱਚ ਸਾਰੇ ਤੀਰਥ, ਸਾਰੇ ਵਰਤ, ਸਾਰੇ ਤਪ ਆ ਕੇ ਪ੍ਰਾਪਤ ਹੁੰਦੇ। ਜਿਹਨੇ ਗੁਰਬਾਣੀ ਪੜ੍ਹ ਲਈ ਨਾ ਗੁਰਮੁਖੋ ਸਮਝ ਲਓ ਵੀ ਉਹਨੇ ਸਾਰੇ ਤੀਰਥਾਂ ਦੀ ਯਾਤਰਾ ਵੀ ਕਰ ਲਈ ਹੈ, ਉਹਨੇ ਤਪ ਵੀ ਕਰ ਲਿਆ, ਉਹਨੇ ਵਰਤ ਵੀ ਰੱਖ ਲਿਆ ਹੈ, ਕਿਉਂਕਿ ਨਾਮ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਗੁਰ ਮਿਲਿਆ ਹਰ ਨਿਸਤਾਰੇ। ਜਿਹੜੇ ਗੁਰੂ ਨੂੰ ਮਿਲਦੇ ਸਤਿਗੁਰੂ ਉਸ ਨੂੰ ਸੰਸਾਰ ਤੋਂ ਤਾਰ ਲੈਂਦੇ ਹਨ। ਜੈ ਆਪ ਗਿਆ ਭਉ ਭਾਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਮਨ ਵਿੱਚੋਂ ਆਪ ਕਹੀਏ ਹੰਕਾਰ ਚਲਾ ਗਿਆ ਉਹਨਾਂ ਦੇ ਜੰਮਣ ਮਰਨ ਦਾ ਡਰ ਖਤਮ ਹੋ ਜਾਂਦਾ ਹੈ। ਗੁਰ ਚਰਨੀ ਸੇਵਕ ਲਾਗਾ। ਉਹ ਜਿਹੜੇ ਸੇਵਕ ਨੇ ਫਿਰ ਗੁਰੂ ਚਰਨਾਂ ਵਿੱਚ ਲੱਗ ਜਾਂਦੇ, ਜੁੜ ਜਾਂਦੇ ਹਨ। ਗੁਰ ਸਤਿਗੁਰ ਭਰਮ ਚੁਕਾਇਆ। ਜਿਸ ਵੇਲੇ ਗੁਰ ਕਹੀਏ ਪੂਜਨੀਕ ਸਤਿਗੁਰੂ ਪਾਤਸ਼ਾਹ ਨੇ ਜਿਸ ਜਗਿਆਸੂ ਦਾ ਮਨ ਵਿੱਚੋਂ ਭਰਮ ਖਤਮ ਕੀਤਾ ਹੈ। ਓ ਨਾਨਕ ਸ਼ਬਦ ਮਿਲਾਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖ ਸ਼ਬਦ ਕਹੀਏ ਫਿਰ ਬ੍ਰਹਮ ਦੇ ਵਿੱਚ ਮਿਲ ਜਾਂਦੇ ਹਨ। ਰਾਮ ਕਲੀ ਮਹੱਲਾ ਪਹਿਲਾ। ਸਾਧਨ ਭੋਜਨ ਮੰਗਤ ਭਾਗੈ। ਸਤਿਗੁਰਾਂ ਦੇ ਕੋਲ ਇੱਕ ਜੋਗੀ ਆ ਗਿਆ। ਕਹਿਣ ਲੱਗਾ ਜੋਗੀ ਆ ਕੇ ਮਹਾਰਾਜ ਮੰਗ ਕੇ ਖਾਈਏ ਤੇ ਫਿਰ ਮੁਕਤ ਹੋ ਜਾਈਦਾ ਹੈ, ਮੰਗ ਕੇ ਖਾਣਾ ਚਾਹੀਦਾ ਹੈ, ਇਹਦੇ ਨਾਲ ਮੁਕਤੀ ਮਿਲਦੀ ਹੈ। ਤੇ ਮਹਾਰਾਜ ਉਹਦਾ ਬਚਨ ਸੁਣ ਕੇ ਫਿਰ ਆਖਦੇ ਹਨ ਸਾਧਨ ਭੋਜਨ ਮੰਗਤ ਭਾਗੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੈ ਜੋਗੀ ਸਾਧਨ ਕਹੀਏ ਕੱਪੜਾ ਸਰੀਰ ਵਾਸਤੇ ਅਤੇ ਭੋਜਨ ਕਹੀਏ ਰੋਟੀ ਪ੍ਰਸ਼ਾਦਾ ਸਰੀਰ ਵਾਸਤੇ, ਇਹ ਮੰਗਣ ਵਾਸਤੇ ਤੂੰ ਦਿਨੇ ਰਾਤ ਦੌੜਿਆ ਫਿਰਦਾ। ਭੱਜ ਕੇ ਇਸ ਦਰਵਾਜ਼ੇ ਨੂੰ ਖੜਕਾਇਆ ਇੱਥੋਂ ਕੱਪੜਾ ਮਿਲੇ, ਦੂਜੇ ਨੂੰ ਖੜਕਾਇਆ ਇੱਥੋਂ ਰੋਟੀ ਮਿਲੇ। ਕਹਿਣ ਲੱਗੇ ਉਹ ਜੋਗੀਆ ਤੂੰ ਤੇ ਦਿਨੇ ਰਾਤ ਕਦੇ ਕੱਪੜੇ ਮੰਗਣ ਵਾਸਤੇ ਕਦੇ ਰੋਟੀ ਮੰਗਣ ਵਾਸਤੇ ਦੌੜਿਆ ਫਿਰਦਾ ਹੈ। ਖੁਦਿਆ ਦੋਸਤ ਜਲੇ ਦੁਖ ਆਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਦੁਸ਼ਟ ਜੋਗੀ ਤੂੰ ਲੋਕਾਂ ਵਿੱਚ ਖੁਦਿਆ ਕਹੀਏ ਭੁੱਖਾ ਰਹਿ ਕੇ ਭੁੱਖਾ ਰਹਿੰਦਾ ਹੈ, ਪਤਾ ਨਹੀਂ ਰੋਟੀ ਮਿਲਣੀ ਵੀ ਹੈ ਕਿ ਨਹੀਂ ਮਿਲਣੀ ਹੈ, ਭੁੱਖਾ ਰਹਿ ਕੇ ਅਤੇ ਇਸੇ ਤਰ੍ਹਾਂ ਜਲੈ
ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ, ਤੂੰ ਕਾਹਦਾ ਜੋਗੀ ਹੈ? ਤੈਨੂੰ ਤੇ ਭੁੱਖ ਨੇ ਅੰਦਰੋਂ ਸਾੜਿਆ ਹੋਇਆ ਤੇ ਮਨ ਤੇਰੇ ਨੂੰ ਤ੍ਰਿਸ਼ਨਾ ਲੱਗੀ ਆ ਵੀ ਆਹ ਵੀ ਮਿਲੇ ਤੇ ਆਹ ਵੀ ਮਿਲੇ। ਪਾਤਸ਼ਾਹ ਕਹਿਣ ਲੱਗੇ ਤੂੰ ਜੋਗੀ ਕਾਹਦਾ ਹੈ? ਪਾਤਸ਼ਾਹ ਕਹਿਣ ਲੱਗੇ ਦੁੱਖ ਆਗੈ, ਤੇਰੇ ਵਰਗੇ ਜੋਗੀ ਤੇ ਅੱਗੇ ਪਰਲੋਕ ਦੇ ਵਿੱਚ ਦੁੱਖ ਹੀ ਪਾਉਂਦੇ, ਕੋਈ ਪ੍ਰਾਪਤੀ ਹੁੰਦੀ ਨਹੀਂ ਹੈ। ਗੁਰਮਤਿ ਨੇ ਨੀਨੀ ਦੁਰਮਤ ਪਤ ਖੋਈ। ਕਹਿਣ ਲੱਗੇ ਗੁਰੂ ਦੀ ਮੱਤ ਦੇ ਲਈ ਨਹੀਂ ਹੈ, ਖੋਟੀ ਮੱਤ ਦੇ ਨਾਲ ਜਿਹੜੀ ਮਾੜੀ ਮੋਟੀ ਇੱਜ਼ਤ ਹੈ ਉਹ ਵੀ ਗਵਾ ਲੈਣਾ ਕੀਤੀ ਹੈ। ਗੁਰਮਤਿ ਭਗਤ ਪਾਵੇ ਜਨ ਕੋਈ। ਪਰ ਕਹਿਣ ਲੱਗੇ ਗੁਰੂ ਦੀ ਮੱਤ ਦੇ ਨਾਲ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਉਸ ਦੀ ਭਗਤੀ ਨੂੰ ਪਾਉਂਦਾ ਹੈ। ਜੋਗੀ ਜੁਗਤ ਸਹਿਜ ਘਰ ਵਾਸੇ। ਇਹ ਜੋਗੀ ਜਿਹੜਾ ਸਤ ਸੰਗਤ ਵਿੱਚ ਬੈਠਣਾ, ਅੰਤਰਮੁਖ ਬਿਰਤੀ ਰੱਖਣੀ ਹੈ ਜਾਂ ਸਰੂਪ ਰੂਪੀ ਸਹਿਜ ਘਰ ਵਿੱਚ ਵਸਣ ਦੀ ਜੇ ਜੁਗਤੀ ਸਿੱਖਣਾ ਚਾਹੁੰਦਾ ਹੈ ਤੇ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਜੋਗੀ ਉਹ ਹੈ ਜਿਹੜਾ ਭਜਨ ਸਿਮਰਨ ਦੇ ਵਿੱਚ ਜੁਗਤ ਕਹੀਏ ਜੁੜਿਆ ਹੋਇਆ, ਅਸਲ ਵਿੱਚ ਉਹ ਜੋਗੀ ਹੈ, ਪ੍ਰਾਪਤੀ ਉਸ ਨੂੰ ਹੁੰਦੀ ਹੈ। ਏਕ ਦ੍ਰਿਸ਼ਟ ਏਕੋ ਕਰ ਦੇਖਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਪੁਰਸ਼ ਨੇ ਗੁਰੂ ਕਿਰਪਾ ਦੇ ਨਾਲ, ਗੁਰੂ ਸ਼ਬਦ ਦੇ ਨਾਲ ਪ੍ਰੇਮ ਰੂਪ ਹੋ ਕੇ ਸਾਰਿਆਂ ਥਾਵਾਂ ਤੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਜਿਹੜੇ ਤ੍ਰਿਪਤ ਹੋਏ ਹਨ। ਏਕੋ ਘਰ ਦੇਖਿਆ ਭੀਖਿਆ ਭਾਏ ਛਵ ਤ੍ਰਿਪਤਾ ਸੇ। ਭਾਏ ਨਾਮ ਗੁਰਮੁਖੋ ਪ੍ਰੇਮ ਦਾ ਹੈ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਗੁਰੂ ਦੇ ਸ਼ਬਦ ਨੂੰ ਪੜ੍ਹਿਆ ਹੈ ਉਹ ਗੁਰਮੁਖ ਤ੍ਰਿਪਤਾਸੇ ਕਹੀਏ ਤ੍ਰਿਪਤ ਹੋ ਗਏ। ਉਹਨਾਂ ਗੁਰਮੁਖਾਂ ਨੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਇੱਕ ਦ੍ਰਿਸ਼ਟੀ ਦੇ ਨਾਲ ਸਾਰਿਆਂ ਥਾਵਾਂ ਤੇ ਇੱਕ ਬ੍ਰਹਮ ਨੂੰ ਵੇਖਣਾ ਕੀਤਾ ਹੈ। ਪੰਜ ਬੈਲ ਗੱਡੀਆਂ ਦੇ ਧਾਰੀ। ਜਿਹੜੇ ਪੰਜ ਗਿਆਨ ਇੰਦਰੇ ਨੇ ਗੁਰਮੁਖੋ ਇਹ ਤੇ ਬੈਲ ਹਨ, ਬਲਦ ਹਨ। ਇਹ ਜਿਹੜਾ ਸਾਡਾ ਸਰੀਰ ਇੱਕ ਗੱਡਾ ਹੈ। ਰਾਮ ਕਲਾ ਨਿਭੇ ਪਤ ਸਾਰੀ। ਜੋ ਪ੍ਰਮਾਤਮਾ ਦੀ ਕਲਾ ਸੱਤਾ ਕਰਕੇ ਇਹ ਸਾਰੀ ਪਤ ਆਬਰੂ ਨਿਭ ਰਹੀ ਹੈ। ਜਿਵੇਂ ਗੱਡੇ ਨੂੰ ਬਲਦ ਚੁੱਕਦੇ ਨੇ, ਪੰਜ ਗਿਆਨ ਇੰਦਰੀਆਂ ਨੂੰ ਸਾਡਾ ਇਹ ਸਰੀਰ ਰੂਪੀ ਗੱਡਾ ਚੁੱਕਿਆ ਹੋਇਆ ਹੈ। ਧਰ ਟੂਟੀ ਗਾਡੋ ਸਿਰ ਭਾਰ। ਪਰ ਜਿਸ ਵੇਲੇ ਪ੍ਰਾਣਾ ਰੂਪੀ ਧੁਰ ਧੁਰ ਜਿਹੜੀ ਹੈ ਉਹ ਟੁੱਟ ਜਾਏਗੀ। ਸੋ ਗੱਡਾ ਵੀ ਤੇ ਟਾਇਰਾਂ ਦੇ ਆਸਰੇ ਚੱਲਦਾ ਹੈ ਨਾ, ਤੇ ਟਾਇਰਾਂ ਦੇ ਦੋਨਾਂ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਾਲਾ ਧੁਰਾ ਹੁੰਦਾ। ਧੁਰਾ ਟੁੱਟ ਜਾਵੇ ਤੇ ਗੱਡਾ ਸਿਰ ਭਾਰ ਡਿੱਗ ਪੈਂਦਾ, ਫਿਰ ਅੱਗੇ ਚੱਲਦਾ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਤੇਰਾ ਸਰੀਰ ਰੂਪੀ ਜਿਹੜਾ ਗੱਡਾ ਹੈ ਨਾ ਗੁਰਮੁਖਾ, ਇਹਦੇ ਵਿੱਚ ਜਿਹੜੇ ਸਵਾਸ ਚੱਲਦੇ ਪਏ ਇਹੋ ਹੀ ਧੁਰਾ ਹੈ। ਤੇ ਜਿੱਦਣ ਇਹ ਸਵਾਸ ਟੁੱਟ ਗਏ ਉਦਣ ਇਹ ਤੇਰਾ ਸਰੀਰ ਉਸ ਗੱਡੇ ਦੇ ਵਾਂਗ ਸਿਰ ਭਾਰ ਧਰਤੀ ਤੇ ਡਿੱਗੇਗਾ, ਉਦਣ ਚੱਲੇਗਾ ਨਹੀਂ। ਜਿਵੇਂ ਗੱਡੀ ਦੇ ਵਿੱਚ ਧੁਰਾ ਕੰਮ ਕਰਦਾ ਹੈ, ਸਰੀਰ ਦੇ ਵਿੱਚ ਗੁਰਮੁਖੋ ਸਵਾਸ ਕੰਮ ਕਰਦੇ। ਜਿੱਦਣ ਸਵਾਸ ਮੁੱਕ ਗਏ, ਟੁੱਟ ਗਏ, ਉਦਣ ਇਹ ਸਰੀਰ ਜਿਹੜਾ ਹੈ ਸਿਰ ਭਾਰ ਧਰਤੀ ਤੇ ਡਿੱਗ ਪੈਂਦਾ ਹੈ। ਨਗਰੀ ਬਿਖਰ ਜਰੀ ਮੰਜ ਭਾਰ। ਤੇ ਜਿਸ ਵੇਲੇ ਇਸ ਸਰੀਰ ਨੂੰ ਸਾੜਿਆ ਨਾ ਲੱਕੜਾਂ ਦੇ ਵਿੱਚ ਰੱਖ ਕੇ, ਤੇ ਹੱਡੀਆਂ ਜਿਹੜੀਆਂ ਸਾਰੀਆਂ ਬਿਖਰ ਜਾਣਗੀਆਂ, ਖਿੱਲਰ ਜਾਣਗੀਆਂ, ਫਿਰ ਕੱਲੀ ਕੱਲੀ ਹੱਡੀ ਇਕੱਠੀ ਕਰਨੀ ਪੈਂਦੀ। ਆਖਦੇ ਨਾ ਫੁੱਲ ਚੁਗਣ ਵਾਸਤੇ ਚੱਲੇ ਤੇ ਫੁੱਲ ਹੱਡਾਂ ਨੂੰ ਹੀ ਕਹਿੰਦੇ ਨਾ। ਹੁਣ ਉਹ ਸਾਰੇ ਹੱਡ ਸਾਡੇ ਸਰੀਰ ਦੇ ਜੁੜੇ ਹੋਏ ਇੱਕ ਦੂਜੇ ਦੇ ਨਾਲ। ਪਰ ਜਿਸ ਵੇਲੇ ਪ੍ਰਾਣ ਨਿਕਲ ਗਏ, ਸਰੀਰ ਡਿੱਗ ਪਿਆ, ਇਹਨੂੰ ਚਿਖਾ ਤੇ ਰੱਖ ਕੇ ਸਾੜਿਆ, ਤੇ ਉਹ ਸਾਰੇ ਜਿਹੜੇ ਸਰੀਰ ਦੇ ਹੱਡ ਨੇ ਫਿਰ ਜੁੜੇ ਹੋਏ ਨਹੀਂ ਮਿਲਣਗੇ। ਉਹ ਵੱਖਰੇ ਵੱਖਰੇ, ਕੋਈ ਇੱਥੇ ਪਿਆ ਕੋਈ ਉੱਥੇ ਪਿਆ, ਫਿਰ ਉਹ ਸਾਰੀ ਸਵਾਹ ਵਿੱਚੋਂ ਹੱਥ ਮਾਰ ਮਾਰ ਕੇ ਇਕੱਠੇ ਕਰਨੇ ਪੈਂਦੇ। ਪਾਤਸ਼ਾਹ ਕਹਿੰਦੇ ਭਾਈ ਐਸੀ ਤੇਰੇ ਸਰੀਰ ਦੀ ਹਾਲਤ ਹੈ। ਜਦੋਂ ਇਸ ਸਰੀਰ ਨੂੰ ਸਾੜਿਆ ਗਿਆ ਰੱਖ ਕੇ ਚਿਖਾ ਦੇ ਉੱਪਰ, ਤੇ ਇਸ ਦੇ ਸਾਰੇ ਹੱਡ ਉਸ ਵੇਲੇ ਖਿੱਲਰ ਜਾਣੇ ਹਨ। ਗੁਰ ਕਾ ਸ਼ਬਦ ਵਿਚਾਰ ਜੋਗੀ। ਇਸ ਕਰਕੇ ਜੋਗੀ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਕਰ। ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ। ਇਸ ਕਰਕੇ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਨਾ ਕਰ, ਸਹਾਰਨਾ ਕਰ। ਪਦਾਰਥਾਂ ਤੇ ਆਉਣ ਤੇ ਖੁਸ਼ੀ, ਜਾਣ ਤੇ ਦੁੱਖ, ਇਸ ਬਿਰਤੀ ਨੂੰ ਛੱਡ ਦੇਣਾ ਕਰ। ਭੁਗਤ ਨਾਮ ਗੁਰ ਸ਼ਬਦ ਵਿਚਾਰੀ। ਗੁਰੂ ਦੇ ਸ਼ਬਦ ਦਾ ਜਿਹੜਾ ਵਿਚਾਰ ਕਰਨਾ, ਇਹੋ ਹੀ ਭੁਗਤ ਛਕਣੀ, ਇਹੋ ਹੀ ਮੰਗ ਕੇ ਛਕਣਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਅਸਥਿਤ ਕੰਧ ਜਪੈ ਨਿਰੰਕਾਰੀ। ਜਿਹੜੇ ਨਿਰੰਕਾਰ ਨੂੰ ਜਪਦੇ ਨੇ, ਕੰਧ ਕਹੀਏ ਸਰੀਰ ਉਹਨਾਂ ਦਾ ਅਸਥਿਤ ਹੋ ਜਾਂਦਾ ਹੈ। ਸਹਿਜ ਗੋਟਾ ਬੰਧਨ ਤੇ ਛੂਟਾ। ਮਹਾਰਾਜ ਕਹਿਣ ਲੱਗੇ ਸਹਿਜ ਗਿਆਨ ਦੇ ਵਿੱਚ ਜਗੋਟਾ ਜਿਹੜਾ ਜੁੜਨਾ ਹੈ, ਸਹਿਜ ਜਗੋਟਾ, ਸਹਿਜ ਕਹੀਏ ਗਿਆਨ, ਗਿਆਨ ਦੇ ਵਿੱਚ ਜਗੋਟਾ ਕਹੀਏ ਜਿਹੜਾ ਜੁੜਨਾ ਹੈ, ਇਹੀ ਉਹਨਾਂ ਗੁਰਮੁਖਾਂ ਨੇ ਲੰਗੋਟ ਕੱਸਿਆ। ਆਪਾਂ ਆਖਦੇ ਨੇ ਵੀ ਤਗੜਾ ਹੋ ਜਾ, ਕਮਰ ਕੱਸਾ ਕਰ ਲਾ। ਤੇ ਜੋਗੀ ਆਖਦੇ ਵੀ ਭਾਈ ਜਿਹਨੇ ਯੋਗ ਮਤ ਨੂੰ ਧਾਰਨ ਕਰਨਾ ਹੈ ਆਪਣਾ ਲੰਗੋਟ ਕੱਸ ਲਵੇ। ਪਹਿਲਵਾਨ ਕਹਿੰਦੇ ਜਿਸ ਨੇ ਕੁਸ਼ਤੀ ਕਰਨੀ ਆ ਲੰਗੋਟ ਕੱਸ ਲਵੇ।
ਪਾਤਸ਼ਾਹ ਕਹਿਣ ਲੱਗੇ ਜਿਹੜਾ ਗਿਆਨ ਦੇ ਵਿੱਚ ਜੁੜਨਾ ਭਾਈ ਇਹੋ ਹੀ ਲੰਗੋਟ ਕੱਸਣਾ, ਇਹੋ ਹੀ ਕਮਰ ਕੱਸਾ ਕਰਨਾ ਹੈ। ਸਹਿਜ ਗੋਟਾ ਬੰਧਨ ਤੇ ਛੂਟਾ। ਉਹ ਫਿਰ ਸੰਸਾਰਕ ਬੰਧਨਾਂ ਤੋਂ ਗੁਰਮੁਖ ਛੁੱਟ ਜਾਂਦੇ ਹਨ। ਕਾਮ ਕ੍ਰੋਧ ਗੁਰ ਸ਼ਬਦੀ ਲੂਟਾ। ਵੈਸੇ ਤੇ ਕਾਮ ਕ੍ਰੋਧ ਦੁਨੀਆ ਨੂੰ ਲੁੱਟਦੇ, ਪਰ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਕਮਾਇਆ ਨਾ ਗੁਰਮੁਖਾਂ ਨੇ, ਉਹ ਫਿਰ ਕਾਮ ਕ੍ਰੋਧ ਨੂੰ ਵੀ ਲੁੱਟ ਲੈਂਦੇ ਹਨ। ਮਨ ਮੇ ਮੁੰਦਰਾ ਹਰ ਗੁਰ ਸਰਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੰਨ ਵਿੱਚ ਮੁੰਦਰਾ ਪਾਉਣ ਨਾਲ ਕੁਝ ਨਹੀਂ ਹੋਣਾ। ਕੋਈ ਮੁੰਦਰਾ ਪਾਉਂਦਾ, ਨੱਤੀਆਂ ਪਾ ਕੇ ਤੁਰੇ ਫਿਰਦੇ ਦੁਨੀਆ ਦੇ ਲੋਕ। ਮਹਾਰਾਜ ਕਹਿਣ ਲੱਗੇ ਕੰਨ ਵਿੱਚ ਮੁੰਦਰਾ ਪਾਇਆ ਕੁਝ ਨਹੀਂ ਹੋਣਾ। ਜੇ ਮੁੰਦਰਾ ਪਾਉਣੀਆਂ ਹਨ, ਇਹ ਮਨ ਤੇ ਬੁੱਧੀ ਰੂਪੀ ਦੋ ਤੇਰੇ ਜਿਹੜੇ ਹਨ ਇਹ ਕੰਨ ਨੇ। ਮੁੰਦਰਾ ਪਾਉਣੀ ਹੈ ਤੇ ਮਨ ਵਿੱਚ ਪਾ, ਮੁੰਦਰਾ ਪਾਉਣੀ ਹੈ ਤੇ ਆਪਣੀ ਅਕਲ ਵਿੱਚ ਪਾ। ਮੁੰਦਰਾ ਕਿਹੜੀਆਂ ਨੇ? ਸਤ ਤੇ ਸੰਤੋਖ, ਇਹ ਦੋ ਮੁੰਦਰਾ ਨੇ। ਤੇ ਕੰਨ ਹਨ ਇੱਕ ਮਨ ਤੇ ਇੱਕ ਬੁੱਧ, ਇਹਨਾਂ ਵਿੱਚ ਮੁੰਦਰਾ ਪਾਉਣੀਆਂ ਕਰ। ਨਾਨਕ ਰਾਮ ਭਗਤ ਜਨ ਤਰਨਾ। ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਹੈ ਉਹ ਸੰਸਾਰ ਤੋਂ ਤਰ ਗਏ, ਸੰਸਾਰ ਤੋਂ ਮੁਕਤ ਹੋ ਗਏ। ਕੌਣ ਮੁਕਤ ਹੋ ਗਏ? ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਵਿਚਾਰ ਬਖਸ਼ੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸਿਮੇਲੋ। ਮਨ ਮੈਂ ਮੁੰਦਰਾ ਹਰ ਗੁਰ ਸਰਨਾ। ਨਾਨਕ ਰਾਮ ਭਗਤ ਜਨ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।